ਅੰਮ੍ਰਿਤਸਰ ਖੇਮਕਰਨ ਰੋਡ ਸਟੇਟ ਹਾਈਵੇ ਤੋਂ ਜਦੋਂ 2 ਕਿਲੋਮੀਟਰ ਅੰਦਰ ਨੂੰ ਜਾਈਏ ਤਾਂ ਇਹ ਇਤਿਹਾਸਕ ਪਿੰਡ ਦੇ ਵਿੱਚ ਪਹੁੰਚੀਦਾ ਹੈ, ਜਿੱਥੋਂ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਹੋਏ ਨੇ। ਭਾਈ ਤਾਰੂ ਸਿੰਘ ਜੀ ਦਾ ਜਨਮ ਪੂਲੇ ਪਿੰਡ ਦੇ ਵਿੱਚ 1720 ਈਸਵੀ ਦੇ ਵਿੱਚ ਹੋਇਆ ਜੀ। ਜਦੋਂ ਬਾਬਾ ਜੀ ਉਹਨਾਂ ਦੀ ਸ਼ਹੀਦੀ ਹੋਈ ਆ 1745 ਦੇ ਵਿੱਚ ਹੋਈ ਆ, ਉਦੋਂ ਉਹਨਾਂ ਦੀ 25 ਸਾਲ ਦੀ ਉਮਰ ਸੀ। ਸਮਾਂ ਆਪਣੀ ਚਾਲ ਦੇ ਨਾਲ ਚੱਲਦਾ ਗਿਆ। ਬਾਬਾ ਜੀ ਦੇ ਪਿਤਾ ਜੀ ਖਾਲਸੇ ਪੰਥ ਦੀ ਸੇਵਾ ਕਰਦੇ ਗਏ। ਇਹ ਸਾਰਾ ਪਿੰਡ ਦੁਖੀ ਹੋਊਗਾ, ਪਿੰਡ ਉਹਨਾਂ ਜਾੜ ਦੇਣਾ ਵਾ ਤੇ ਵਾਸਤੇ ਮੇਰੇ ਇਕੱਲੇ ਦੇ ਜਾਣ ਵਾਸਤੇ ਵਧੀਆ। ਸਿੱਖੀ ਦੇ ਬਰਖਲਾਫ ਕੋਈ ਅਪਸ਼ਬਦ ਬੋਲੇ, ਬਾਬਾ ਜੀ ਵੀਰ ਰਾਹ ਦੇ ਵਿੱਚ ਆਣ ਕੇ ਉਹਨੂੰ ਲੱਤ ਮਾਰੀ। ਉਹ ਜਿਹੜੀ ਲੱਤ ਸੀ ਉਹਦੇ ਵੱਜੀ, ਉਹ ਜਾ ਕੇ ਜਗਰੇ ਖਾਂ ਦੀ ਕੁਰਸੀ ਨਾਲ ਵੱਜਾ, ਜੇ ਉਹਦੀ ਮੌਕੇ ਤੇ ਮੌਤ ਹੋ ਗਈ। ਤੇ ਤਾਰੂ ਸਿੰਘ ਨੂੰ ਦਰੋਗਾ ਖਲੋ ਕੇ ਆਖਣ ਲੱਗਾ, ਹੁਣ ਵੇਖੀ ਇਹ ਤੇਰੇ ਨਾਲ ਕੀ ਕਰਦੇ। ਆਂਦਾ ਕੀ ਕਰੋਗੇ? ਆਂਦਾ ਤੇਰੀ ਸਾਨੂੰ ਖੋਪਰੀ ਲਾ ਦੇਣੀ ਆ। ਉਹ ਆਂਦਾ ਫੇਰ ਕੀ ਖੋਪਰੀ ਲਾ ਦੇਣੀ, ਮੇਰੀ ਸਿੱਖੀ ਤੇ ਨਹੀਂ ਨਾ ਗਈ। ਉਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਪ੍ਰਾਈਮ ਨਿਊਜ਼ ਤੇ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ। ਅਸੀਂ ਅੱਜ ਪਹੁੰਚੇ ਹਾਂ ਜੀ ਪਿੰਡ ਪੂਲਾ ਵਿਖੇ। ਜੀ ਹਾਂ, ਅੰਮ੍ਰਿਤਸਰ ਖੇਮਕਰਨ ਰੋਡ ਤੋਂ ਭਾਰਤ ਪਾਕਿਸਤਾਨ ਦੀ ਸੀਮਾ ਦੇ ਕੋਲ ਅੰਮ੍ਰਿਤਸਰ ਖੇਮਕਰਨ ਰੋਡ ਸਟੇਟ ਹਾਈਵੇ ਤੋਂ ਜਦੋਂ 2 ਕਿਲੋਮੀਟਰ ਅੰਦਰ ਨੂੰ ਜਾਈਏ ਤਾਂ ਇਹ ਇਤਿਹਾਸਕ ਪਿੰਡ ਦੇ ਵਿੱਚ ਪਹੁੰਚੀਦਾ ਹੈ, ਜਿੱਥੋਂ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਹੋਏ ਨੇ। ਅੱਜ ਵੀ ਅਰਦਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਸੀਸ ਦਿੱਤੇ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਦੇ ਨਾਲ ਚਰਾਏ ਗਏ। ਜੀ ਹਾਂ, ਇਹ ਉਹੀ ਭਾਈ ਤਾਰੂ ਸਿੰਘ ਜੀ ਨੇ ਜਿਨ੍ਹਾਂ ਦਾ ਅਰਦਾਸ ਦੇ ਵਿੱਚ ਜ਼ਿਕਰ ਆਉਂਦਾ ਹੈ। ਕੀ ਇਹ ਪੂਰਾ ਇਤਿਹਾਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹਾਂ। ਪੂਲਾ ਵਿਖੇ ਉਹਨਾਂ ਦਾ ਗੁਰਦੁਆਰਾ ਸਾਹਿਬ ਹੈ ਔਰ ਤਪ ਸਥਾਨ ਵੀ ਜਿਹੜਾ ਹੈ ਉਹ ਪਿੰਡ ਪੂਲਾ ਦਾ, ਔਰ ਜਨਮ ਸਥਾਨ ਵੀ ਜਿਹੜਾ ਹੈ ਉਹ ਪਿੰਡ ਪੂਲਾ ਹੈ ਭਾਈ ਤਾਰੂ ਸਿੰਘ ਜੀ ਦਾ। ਸਾਡੇ ਨਾਲ ਬਾਬਾ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਨਾਮ ਜਾਣਨ ਦੀ ਕੋਸ਼ਿਸ਼ ਨਾਮ ਇਹਨਾਂ ਕੋਲੋਂ ਜਾਣਦੇ ਹਾਂ ਔਰ ਕੀ ਹੈ ਪੂਰਾ ਇਤਿਹਾਸ ਇਹਨਾਂ ਦੇ ਕੋਲੋਂ ਜਾਣਦੇ ਹਾਂ। ਸਭ ਤੋਂ ਪਹਿਲਾਂ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਕੀ ਇਤਿਹਾਸ ਹੈ ਭਾਈ ਤਾਰੂ ਸਿੰਘ ਜੀ ਦਾ ਪਿੰਡ ਪੂਲਾ ਦੇ ਨਾਲ ਜੁੜਿਆ? ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਭਾਈ ਤਾਰੂ ਸਿੰਘ ਜੀ ਦਾ ਜਨਮ ਜਿਹੜਾ ਇਸੇ ਪਿੰਡ ਦੇ ਵਿੱਚ ਕਿੰਨੀ ਸੰਨ ਨੂੰ ਹੋਇਆ ਸੀ? ਭਾਈ ਤਾਰੂ ਸਿੰਘ ਜੀ ਦਾ ਜਨਮ ਪੂਲੇ ਪਿੰਡ ਦੇ ਵਿੱਚ 1720 ਈਸਵੀ ਦੇ ਵਿੱਚ ਹੋਇਆ ਜੀ। ਹਾਂਜੀ। ਜਦੋਂ ਬਾਬਾ ਜੀ ਉਹਨਾਂ ਦੀ ਸ਼ਹੀਦੀ ਹੋਈ ਆ 1745 ਦੇ ਵਿੱਚ ਹੋਈ ਆ, ਉਦੋਂ ਉਹਨਾਂ ਦੀ 25 ਸਾਲ ਦੀ ਉਮਰ ਸੀ। ਬਹੁਤ ਵਧੀਆ ਗੁਰਸਿੱਖੀ ਸਿੱਖ ਸਨ ਤੇ ਸਿੱਖੀ ਦੇ ਨਾਲ ਬਹੁਤ ਪਿਆਰ, ਖਾਲਸੇ ਪੰਥ ਦੇ ਨਾਲ ਬਹੁਤ ਪਿਆਰ ਕਰਦੇ ਸਨ। ਸਿੰਘਾਂ ਦੀ ਬਹੁਤ ਜ਼ਿਆਦਾ ਸੇਵਾ ਕਰਦੇ ਸਨ। ਮੌਕੇ ਦੇ ਸਿੰਘਾਂ ਨੂੰ ਜਦੋਂ ਵੀ ਲੋੜ ਪੈਂਦੀ ਸੀ ਉਹ ਉਹਨਾਂ ਨੂੰ ਸੰਭਾਲਦੇ ਸਨ। ਬਾਬਾ ਜੀ, ਇੱਥੇ ਜਨਮ ਹੋਇਆ ਤੇ ਸ਼ਹੀਦੀ ਜਿਹੜੀ ਲਾਹੌਰ ਵਿਖੇ ਹੋਈ? ਸ਼ਹੀਦੀ ਲਾਹੌਰ ਵਿਖੇ ਸ਼ਹੀਦੀ ਜਿਹੜੀ ਆ ਉਹ ਕਿੰਨੀ ਸੰਨ ਦੇ ਵਿੱਚ ਹੋਈ? ਜਿਹੜੀ ਸ਼ਹੀਦੀ ਆ ਉਹ 1745 ਦੇ ਵਿੱਚ ਹੋਈ ਹੈ ਜੀ। ਠੀਕ ਹੈ ਜੀ। ਔਰ ਜਿਹੜੇ ਉਸ ਟਾਈਮ ਤੇ ਬਾਬਾ ਜੀ ਨੇ ਜ਼ੁਲਮ ਸਹੇ, ਉਹ ਪੂਰਾ ਵਿਸਥਾਰ ਦੇ ਨਾਲ ਕੀ ਇਤਿਹਾਸ ਸੀ ਸਿੱਖ ਸੰਗਤਾਂ ਨੂੰ ਜਿਹੜਾ ਦੱਸਿਓ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਇਹ ਇਸ ਵਕਤ ਅਸੀਂ ਧੰਨ ਸ਼ਹੀਦ ਭਾਈ ਤਾਰੂ ਸਿੰਘ ਦੇ ਤਪ ਸਥਾਨ 'ਤੇ ਜੋ ਵੀ ਇਤਿਹਾਸ ਨਾਲ ਬੋਲ ਰਹੇ ਹਾਂ, ਇਹ ਬਾਬਾ ਜੀ ਹੁਣਾਂ ਦਾ ਤਪ ਸਥਾਨ ਹੈ, ਜਿੱਥੇ ਸਿੰਘ ਉਸ ਸਮੇਂ ਦੇ ਵਿੱਚ ਆਣ ਕੇ ਜੰਗਲ ਦੇ ਵਿੱਚ ਬਹਿ ਕੇ ਆਰਾਮ ਕਰਦੇ ਸੀ। ਬਾਬਾ ਜੀ ਨਗਰ ਤੋਂ ਲਿਆਣ ਕੇ ਉਹਨਾਂ ਨੂੰ ਗੱਪਾ ਪ੍ਰਸ਼ਾਦਾ ਛਕਾ ਕੇ ਸੇਵਾ ਕਰਦੇ ਸਨ। ਇੱਥੇ 4 ਪਿੰਡਾਂ ਦੀ ਇੱਥੇ ਉਸ ਸਮੇਂ ਦੇ ਵਿੱਚ ਜੂਹ ਆਖਿਆ ਜਾਂਦਾ ਸੀ, ਅੱਜ ਸਮੇਂ ਦੇ ਵਿੱਚ ਹੱਦ ਆਖਿਆ ਜਾਂਦਾ। ਇਹ 4 ਪਿੰਡ ਦੀ ਜੂਹ ਲੱਗਦੀ ਸੀ। ਇੱਥੇ ਕੋਈ ਪਾਣੀ ਦਾ ਵੀ ਮਾੜਾ ਮੋਟਾ ਸੇਮ ਦਾ ਪ੍ਰਬੰਧ ਹੈਗਾ ਸੀ, ਇਸ ਕਰਕੇ ਸਿੰਘ ਇੱਥੇ ਆਰਾਮ ਕਰਦੇ ਸਨ। ਬਾਬਾ ਜੀ ਉਹਨਾਂ ਨੂੰ ਗੱਪਾ ਪਾਣੀ ਛਕਾਉਂਦੇ ਸਨ। ਬਾਬਾ ਜੀ ਦਾ ਜੋ ਪਰਿਵਾਰ ਸੀ ਬਹੁਤ ਵਧੀਆ ਗੁਰਸਿੱਖ ਪਰਿਵਾਰ ਸੀ। ਬਾਬਾ ਜੀ ਦੇ ਪਿਤਾ ਜੀ, ਜਿਨ੍ਹਾਂ ਦਾ ਪਹਿਲਾ ਨਾਂ ਕਲਾਨ ਵਾਲਿਆਂ ਨੇ ਫੂਲ ਸਿੰਘ ਦੱਸਿਆ, ਬਾਅਦ ਦੇ ਵਿੱਚ ਬਾਬਾ ਜੀ ਨੇ ਅਨੰਦਪੁਰ ਸਾਹਿਬ ਦੀ ਗੁਰੂ ਸਾਹਿਬ ਦੇ ਹੱਥੋਂ ਅੰਮ੍ਰਿਤ ਛਕ ਕੇ ਬਾਬਾ ਜੋਧ ਸਿੰਘ ਜੀ ਉਹਨਾਂ ਦਾ ਨਾਂ ਰੱਖਿਆ ਗਿਆ। ਉਹਨਾਂ ਦੇ ਮਾਤਾ ਜੀ ਦਾ ਨਾਂ ਧਰਮ ਕੌਰ ਰੱਖਿਆ ਗਿਆ।
ਉਹ ਸਿੱਖੀ ਦੇ ਵਿੱਚ ਬਹੁਤ ਪਰਪੱਕ ਸਨ। ਉਹਨਾਂ ਨੇ ਗੁਰੂ ਮਹਾਰਾਜ ਦੇ ਨਾਲ ਜੋ ਵੀ ਪਿਆਰ ਸੀ, ਮਹਾਰਾਜ ਦੇ ਬੋਲਾਂ 'ਤੇ ਚੱਲਦੇ ਸਨ ਵੀ ਸਿੱਖਾਂ ਦੇ ਖਾਲਸੇ ਪੰਥ ਦੀ ਸੇਵਾ ਕਰੋ, ਸਿੱਖੀ ਕਮਾਓ, ਨਿਤਨੇਮ ਕਰੋ, ਬਾਣੀ ਪੜ੍ਹੋ, ਸਰਬੱਤ ਦਾ ਭਲਾ ਕਰੋ। ਉਸ ਵਾਸਤੇ ਜਿਹੜਾ ਛੋਟਾ ਜਿਹਾ ਪਰਿਵਾਰ ਸੀ ਇਹ ਸਿੱਖੀ ਦੇ ਵਿੱਚ ਪਰਪੱਕ ਸੀ, ਸਿੱਖੀ ਦੇ ਵਿੱਚ ਹੀ ਸੇਵਾ ਕਰਦੇ ਸਨ। ਜੋ ਵੀ ਸਿੰਘ ਦੂਰੋਂ ਦਰੇਡੋਂ ਆਉਂਦੇ ਸਨ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਵਸਤੂਆਂ ਜੋ ਵੀ ਉਹਨਾਂ ਲੋੜਵੰਦਾਂ ਦੀ ਪੂਰੀ ਕਰਦੇ ਸਨ। ਸਮਾਂ ਆਪਣੀ ਚਾਲ ਦੇ ਨਾਲ ਚੱਲਦਾ ਗਿਆ। ਬਾਬਾ ਜੀ ਦੇ ਪਿਤਾ ਜੀ ਖਾਲਸੇ ਪੰਥ ਦੀ ਸੇਵਾ ਕਰਦੇ ਗਏ। ਇੱਕ ਦਿਨ ਪਰਮੇਸ਼ਰ ਨੇ ਭਾਣਾ ਵਰਤਾਇਆ। ਬਾਬਾ ਜੀ ਸਿੰਘਾਂ ਨੂੰ ਜੰਗਲ ਦੇ ਵਿੱਚ ਗੱਫਾ ਛਕਾਉਣ ਗਏ ਸੀ। ਮੁਕਬਰ ਨੇ ਮੁਕਬਰੀ ਕਰਤੀ ਵੀ ਬਾਬਾ ਜੋਧ ਸਿੰਘ ਜਿਹੜਾ ਹੈ ਇਹ ਭਗੌੜੇ ਜੁਝਾਰੂ ਸਿੰਘਾਂ ਨੂੰ ਸਾਂਭਦਾ ਹੈ, ਉਹਨਾਂ ਨੂੰ ਗੱਫਾ ਪਾਣੀ ਛਕਾਉਂਦਾ ਹੈ। ਮੁਗਲਾਂ ਨੇ ਰਸਤੇ ਦੇ ਵਿੱਚ ਨਾਕਾ ਲਾ ਲਿਆ। ਜਦੋਂ ਬਾਬਾ ਜੀ ਗੱਫਾ ਛਕਾ ਕੇ ਆਏ ਤਾਂ ਮੁਗਲਾਂ ਨੇ ਉਹਨਾਂ ਦਾ ਰਾਹ ਰੋਕਿਆ। ਰਾਹ ਰੋਕਣ ਦੇ ਬਾਵਜੂਦ ਜਦੋਂ ਬਾਬਾ ਜੀ ਵੀਰ ਰਸ ਦੇ ਵਿੱਚ ਆਏ, ਬਾਬਾ ਜੋਧ ਸਿੰਘ ਜੀ ਵੀਰ ਰਸ ਵਿੱਚ ਆਣ ਕੇ ਆਖਣ ਲੱਗੇ ਵੀ ਜਾਂ ਤਾਂ ਰਸਤਾ ਛੱਡ ਦਿਓ ਸਾਡਾ, ਤੇ ਨਹੀਂ ਤਾਂ ਫਿਰ ਤੁਸੀਂ ਵੇਖ ਲਿਓ। ਉਹ ਜਦੋਂ ਮੁਗਲ ਸੀ ਉਹ ਆਪਣੀ ਚਾਲ ਚੱਲ ਗਏ, ਉਹ ਡਰ ਕੇ ਪਿਛਾਂਹ ਹਟ ਗਏ। ਅਤੇ ਜਦੋਂ ਬਾਬਾ ਜੀ ਰਸਤਾ ਪਾਰ ਕੀਤਾ ਉਹਨਾਂ ਮਗਰੋਂ ਬਾਬਾ ਜੀ ਦੀ ਗਰਦਨ 'ਤੇ ਵਾਰ ਕਰਕੇ ਬਾਬਾ ਜੀ ਨੂੰ ਸ਼ਹੀਦ ਕਰ ਦਿੱਤਾ। ਜਦੋਂ ਬਾਬਾ ਜੀ ਦੇ ਸਰੀਰ ਦੀ ਭਾਲ ਹੋਈ, ਜੋ ਸਿੱਖ ਬਾਬਾ ਜੀ ਦੇ ਗ੍ਰਹਿ ਵਿਖੇ ਸਨ, ਉਹਨਾਂ ਭਾਲ ਕਰਨ ਦੇ ਬਾਅਦ ਬਾਬਾ ਜੀ ਦਾ ਜੋ ਸਰੀਰ ਸੀ ਪੂਲੇ ਪਿੰਡ ਦੇ ਵਿੱਚ ਲਿਆਣ ਕੇ ਉਸ ਨੂੰ ਸਰੀਰ ਨੂੰ ਸੰਭਾਲਿਆ ਗਿਆ। ਬਾਅਦ ਦੇ ਵਿੱਚ ਬਾਬਾ ਤਾਰੂ ਸਿੰਘ ਜੀ ਸਹਿਜੇ ਸਹਿਜੇ ਸਿੱਖੀ ਦੇ ਨਾਲ ਜੁੜਦੇ ਗਏ। ਇਹਨਾਂ ਨੇ ਅੰਮ੍ਰਿਤ ਛਕ ਕੇ ਛੋਟੀ ਉਮਰ ਦੇ ਵਿੱਚ ਹੀ ਨਿਤਨੇਮ ਕਰਨਾ, ਬਾਣੀ ਪੜ੍ਹਨੀ, ਸਿੱਖੀ ਨਾਲ ਪਿਆਰ ਕਰਨਾ, ਸਿੱਖੀ ਰਵਾਇਤਾਂ ਅਨੁਸਾਰ ਚੱਲਣਾ, ਇਹ ਸਭ ਕੁਛ ਮਹਾਰਾਜ ਦੀ ਕਿਰਪਾ ਅਨੁਸਾਰ ਮਾਤਾ ਜੀ, ਬਾਬਾ ਜੀ ਦੇ ਇੱਕ ਭੈਣ ਜੀ ਸੀ, ਭੈਣ ਤਾਰੋ ਜੀ, ਇਹ ਸਾਰੇ ਸਿੱਖੀ ਦੇ ਨਾਲ ਜੁੜ ਕੇ ਸੇਵਾ ਦੇ ਵਿੱਚ ਜੁਟ ਗਏ। ਇਹਨਾਂ ਆਏ ਗਏ ਸਿੱਖਾਂ ਦੀ ਸੇਵਾ ਕਰਨੀ। ਜੋ ਵੀ ਸਿੰਘ ਲਾਗੇ ਰੱਖਾਂ ਝੱਲਾਂ ਜੰਗਲਾਂ 'ਚ ਰਹਿੰਦੇ ਸਨ, ਜਿੱਥੇ ਜਿੱਥੇ ਬਾਬਾ ਜੀ ਨੂੰ ਪਤਾ ਲੱਗਦਾ ਸੀ ਵੀ ਅੱਜ ਸਿੰਘ ਬਾਬਾ ਬੁੱਢਾ ਦੀ ਬੀੜ ਦੇ ਵਿੱਚ ਨੇ, ਬਾਬਾ ਜੀ ਉੱਥੇ ਵੀ ਪ੍ਰਸ਼ਾਦਾ ਪਾਣੀ ਲੈ ਜਾਂਦੇ ਹਨ। ਜੇ ਬਾਬਾ ਜੀ ਨੂੰ ਪਤਾ ਲੱਗਦਾ ਸੀ ਵੀ ਬਾਬਾ ਜੀ ਦੇ ਜੋ ਅੱਜ ਪਿੰਡ ਪੜਾਣੇ ਲਿਆ ਉੱਥੇ ਜਿਹੜੀ ਰੱਖ ਸੀ ਉੱਥੇ ਵੀ ਬਾਬਾ ਜੀ ਚਲ ਜਾਂਦੇ ਸਨ। ਜਿਹੜੇ ਸਿੰਘ ਇਸ ਜਗ੍ਹਾ 'ਤੇ ਆਣ ਕੇ ਅਟਕ ਜਾਂਦੇ ਸਨ, ਜੰਗਲ ਵੇਖ ਕੇ ਆਰਾਮ ਕਰਦੇ ਸਨ 2-4 ਦਿਨ, ਅਤੇ ਉੱਥੇ ਵੀ ਬਾਬਾ ਜੀ ਪਰਪੱਕ ਉਹਨਾਂ ਨੂੰ ਪਿੰਡੋਂ ਗੱਫਾ ਪਾਣੀ ਤਿਆਰ ਕਰਕੇ ਲਿਆਣ ਕੇ ਛਕਾਉਂਦੇ ਸਨ। ਉਹ ਸਮਾਂ ਜਿਹੜਾ ਆਪਣੀ ਚਾਲ ਨਾਲ ਚੱਲਦਾ ਗਿਆ। ਬਾਬਾ ਜੀ ਸਿੱਖੀ ਦੇ ਵਿੱਚ ਪਰਪੱਕ ਰਹੇ, ਨਿਤਨੇਮ 'ਚ ਪਰਪੱਕ ਰਹੇ। ਜਦੋਂ ਬਾਬਾ ਤਾਰੂ ਸਿੰਘ ਜੀ ਹੁਣੀ ਫਿਰ ਸਮਾਂ ਕਾਫੀ ਬੀਤ ਗਿਆ। ਇੱਕ ਦਿਨ ਪਰਮੇਸ਼ਰ ਨੇ ਭਾਣਾ ਵਰਤਾਇਆ ਵੀ ਜੋ ਪੱਟੀ ਦੇ ਮਿਰਜ਼ੇ ਸੀ ਉਹਨਾਂ ਨੇ ਪੱਟੀ ਦੇ ਮੁਸਲਮਾਨ ਜਿਹਨੂੰ ਬਖਸ਼ ਹਰੀਮ ਇਤਿਹਾਸ ਦੱਸਿਆ ਗਿਆ ਹੈ, ਉਹਦੀ ਲੜਕੀ ਜੋ ਸਾਵੇਂ ਖੇਡਣ ਗਈ ਸੀ, ਉਹ ਜਦੋਂ ਪਾਪੀ ਮਿਰਜ਼ਿਆਂ ਦੀ ਉਹਦੇ 'ਤੇ ਨਿਗਾਹ ਪਈ, ਉਹਦੀ ਸੁੰਦਰਤਾ ਨੂੰ ਵੇਖਦੇ ਹੋਏ ਉਹਨਾਂ ਨੇ ਜ਼ਬਰਦਸਤੀ ਉਹਨੂੰ ਆਪਣੇ ਘੋੜੇ 'ਤੇ ਉਠਾ ਕੇ ਆਪਣੇ ਮਹਿਲਾਂ ਦੇ ਵਿੱਚ ਲੈ ਗਏ। ਜਦੋਂ ਬਜ਼ੁਰਗ ਬਖਸ਼ ਹਰੀਮ ਨੇ ਤਰਲਾ ਮਿੰਨਤਾਂ ਕੀਤੀਆਂ ਪਰ ਮਿਰਜ਼ਿਆਂ ਨੇ ਉਹਨਾਂ ਦੀ ਕੋਈ ਨਾ ਸੁਣੀ। ਬਾਅਦ ਦੇ ਵਿੱਚ ਬਾਬਾ ਜੀ ਜੋ ਬੁੱਢਾ ਬਖਸ਼ ਹਰੀਮ ਸੀ ਉਹਨੇ ਹਿੰਮਤ ਕੀਤੀ, ਉਹ ਕਸੂਰ ਗਿਆ। ਕਸੂਰ ਦੇ ਮਿਰਜ਼ਿਆਂ ਨੇ ਵੀ ਉਹਦੀ ਕੋਈ ਨਹੀਂ ਸੁਣੀ। ਫਿਰ ਉਹ ਬਜ਼ੁਰਗ ਲਾਹੌਰ ਗਿਆ। ਉਹਨੇ ਲਾਹੌਰ ਜਾ ਕੇ ਜ਼ਕਰੀਆ ਖਾਂ ਕੋਲ ਫਰਿਆਦ ਕੀਤੀ, ਤਰਲੇ ਕੀਤੇ, ਮਿੰਨਤਾਂ ਕੀਤੀਆਂ, ਪਰ ਜ਼ਕਰੀਆ ਖਾਂ ਨੇ ਉਹਨੂੰ ਉਲਟਾ ਡਾਟ ਕੇ ਕਿਹਾ ਕਿ ਵੀ ਤੇਰਾ ਰਿਸ਼ਤਾ ਐਡੇ ਘਰਾਣੇ ਨਾਲ ਜੁੜਦਾ ਵਾ, ਤੂੰ ਇੱਕ ਗਰੀਬ ਆਦਮੀ ਆ, ਤੈਨੂੰ ਹੋਰ ਕੀ ਚਾਹੀਦਾ ਵਾ, ਅਤੇ ਮਿਰਜ਼ੇ ਸਾਡੇ ਬਹੁਤ ਨੇੜਿਓਂ ਆ, ਸਾਨੂੰ ਬਹੁਤ ਕੰਮ ਦਿੰਦੇ ਆ, ਅਤੇ ਅਸੀਂ ਮਿਰਜ਼ਿਆਂ ਨੂੰ ਕੁਛ ਨਹੀਂ ਕਹਿ ਸਕਦੇ। ਇੰਨੀ ਕਹਿ ਕੇ ਬਾਬਾ ਜੀ ਬੁੱਢੇ ਬਖਸ਼ ਹਰੀਮ ਨੂੰ ਲਾਹੌਰ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਉਹ ਬੁੱਢਾ ਬਖਸ਼ ਹਰੀਮ ਜਿਹੜਾ ਦੁਖੀ ਹਿਰਦੇ ਦੇ ਨਾਲ ਰਸਤੇ ਦੇ ਵਿੱਚ ਤੁਰਿਆ, ਤਰਲੇ ਮਿੰਨਤਾਂ ਕਰਦਾ, ਵਿਰੜੇ ਕਰਦਾ ਤੁਰਿਆ ਆਉਂਦਾ ਵਾ, ਉਹਨੂੰ ਇਸ ਸਥਾਨ 'ਤੇ ਆਣ ਕੇ ਪੂਲੇ ਪਿੰਡ ਦੇ ਵਿੱਚ ਰਾਤ ਪੈ ਗਈ। ਉਹਨੇ ਕਿਸੇ ਸਿੱਖ ਨੂੰ ਪੁੱਛਿਆ ਵੀ ਮੈਂ ਰਾਤ ਇੱਥੇ ਕੱਟਣੀ ਆ, ਤਾਂ ਉਹਨੇ ਤੂੰ ਭਾਈ ਤਾਰੂ ਸਿੰਘ ਦੇ ਘਰੇ ਚਲ ਜਾ। ਉਹ ਭਾਈ ਤਾਰੂ ਸਿੰਘ ਦੇ ਘਰੇ ਚਲ ਗਿਆ। ਉਹਨੇ ਆਵਾਜ਼ ਮਾਰੀ, ਬਾਬਾ ਜੀ ਨੇ ਦਰਵਾਜ਼ਾ ਖੋਲ੍ਹਿਆ। ਉਹਨਾਂ ਹਾਂ ਬਜ਼ੁਰਗੋ ਜੀ ਆਇਆਂ ਨੂੰ, ਧੰਨ ਪਾ ਗਿਆ, ਕੀ ਹੁਕਮ ਹੈ? ਉਹਨਾਂ ਸਰਦਾਰਾ ਮੈਂ ਰਾਤ ਰਹਿਣਾ। ਬਾਬਾ ਜੀ ਨੇ ਆਖਿਆ ਆਓ ਜੀ, ਸੇਵਾ ਮਿਲੀ ਆ, ਆਓ। ਉਹਨਾਂ ਬਾਬਾ ਜੀ ਨੇ ਮੰਜਾ ਦਿੱਤਾ, ਪਾਣੀ ਗਰਮ ਦਿੱਤਾ, ਹੱਥ ਮੂੰਹ ਧਵਾਇਆ, ਪ੍ਰਸ਼ਾਦਾ ਛਕਾਉਣ ਵਾਸਤੇ ਕਿਹਾ ਵੀ ਬਾਬਾ ਪ੍ਰਸ਼ਾਦਾ ਛਕ ਲਾ। ਉਹ ਬਜ਼ੁਰਗ ਦੀਆਂ ਧਾਈ ਨਿਕਲ ਗਈਆਂ। ਉਹਨੇ ਮੈਨੂੰ ਤਾਂ ਸਰਦਾਰਾ ਅੱਜ 8-10 ਦਿਨ ਹੋ ਗਏ ਆ,
मैं तो मूँह ਨੂੰ ਪਾਣੀ ਲਾ ਕੇ ਨਹੀਂ ਵੇਖਿਆ। ਉਹਨੇ ਕਿਹਾ ਬਾਬਾ ਕੀ ਗੱਲ ਆ? ਉਹਨੇ ਕਿਹਾ ਮੇਰੇ ਦੁੱਖ ਦਾ ਇਲਾਜ ਹੈ ਨਹੀਂ। ਬਾਬਾ ਜੀ ਨੇ ਬਾਬਾ ਤਾਰੂ ਸਿੰਘ ਸ਼ਹੀਦ ਸਿੰਘ ਨੇ ਆਖਿਆ ਬਾਬਾ ਹਰ ਇੱਕ ਦੁੱਖ ਦਾ ਇਲਾਜ ਹੁੰਦਾ ਹੈ, ਤੂੰ ਪ੍ਰਸ਼ਾਦਾ ਛਕ ਫਿਰ ਤੇਰੇ ਦੁੱਖ ਦਾ ਇਲਾਜ ਹੋਊਗਾ। ਬੁੱਢੇ ਨੇ ਪ੍ਰਸ਼ਾਦਾ ਛਕ ਲਿਆ। ਛਕਣ ਤੋਂ ਬਾਅਦ ਬਾਬਾ ਜੀ ਨੇ ਪੁੱਛਿਆ ਵੀ ਹੁਣ ਦੱਸੋ ਕੀ ਤੁਹਾਡਾ ਦੁੱਖ ਆ? ਉਹਨੇ ਆਪਣੀ ਸਾਰੀ ਦਾਸਤਾਨ ਦੱਸੀ ਵੀ ਮੇਰੀ ਲੜਕੀ ਤੀਆਂ ਖੇਡਣ ਗਈ ਸੀ ਅਤੇ ਪੱਟੀ ਦੇ ਮਿਰਜ਼ਾ ਨੇ ਜ਼ਬਰਦਸਤੀ ਉਠਾ ਲਈ ਆ। ਮੈਂ ਤਰਲਾ ਮਿੰਨਤਾਂ ਕੀਤਾ ਵਾ, ਨਾ ਮੇਰੀ ਕਸੂਰ ਵਾਲਿਆਂ ਸੁਣੀਆਂ ਨਾ ਮੇਰੀ ਲਾਹੌਰ ਵਾਲਿਆਂ ਸੁਣੀਆਂ, ਅਤੇ ਮੇਰਾ ਕੋਈ ਜਗ੍ਹਾ ਨਹੀਂ ਜਿੱਥੇ ਨਹੀਂ। ਉਹਨੇ ਬਾਬਾ ਤਾਰੂ ਸਿੰਘ ਨੇ ਆਖਿਆ ਬਾਬਾ ਖਾਲਸਾ ਪੰਥ ਹਰ ਕਿਸੇ ਦੀ ਸੁਣਦਾ ਵਾ, ਹਰ ਕਿਸੇ ਦਾ ਹਮਦਰਦੀ ਆ। ਜਿੱਥੇ ਕਿਸੇ ਦਾ ਇਲਾਜ ਨਾ ਹੋਵੇ ਖਾਲਸਾ ਪੰਥ ਉਹ ਚੀਜ਼ ਦਾ ਇਲਾਜ ਕਰ ਦਿੰਦਾ ਵਾ। ਤੇਰਾ ਦੁੱਖ ਦਾ ਇਲਾਜ ਗੁਰੂ ਖਾਲਸਾ ਕਰੂਗਾ। ਬਾਬਾ ਜੀ ਨੇ ਉਸ ਬਜ਼ੁਰਗ ਨੂੰ ਬਿਸਤਰੇ 'ਤੇ ਲਿਟਾ ਕੇ ਆਪ ਬਾਬਾ ਜੀ ਨੇ ਘੋੜੇ ਦੇ ਉੱਤੇ ਪ੍ਰਸ਼ਾਦਾ ਪਾਣੀ ਰੱਖ ਕੇ ਅਤੇ ਲਾਗੇ ਜਿੱਥੇ ਸਿੰਘ ਹੈਗੇ ਸੀ ਉਹਨਾਂ ਕੋਲ ਪਹੁੰਚ ਗਿਆ। ਉਹਨੇ ਜਾ ਕੇ ਸਿੰਘਾਂ ਨੂੰ ਪ੍ਰਸ਼ਾਦਾ ਹਾਜ਼ਰ ਕੀਤਾ। ਸਿੰਘ ਪ੍ਰਸ਼ਾਦਾ ਛਕਣ ਲੱਗੇ। ਪਿਆਰ ਵਾਲੇ ਸਿੰਘਾਂ ਨੇ ਕਿਹਾ ਤਾਰੂ ਸਿੰਘ ਕੋਈ ਖਬਰ ਸੁਣਾ। ਉਹਨੇ ਪਹਿਲਾਂ ਪ੍ਰਸ਼ਾਦਾ ਛਕ ਲਓ ਫਿਰ ਆਪਾਂ ਪਰਉਪਕਾਰ ਦਾ ਕੰਮ ਕਰਨਾ ਹੈ। ਸਿੰਘ ਆਂਦੇ ਪਹਿਲਾਂ ਪਰਉਪਕਾਰ ਦਾ ਕੰਮ ਕਰ ਲਈਏ, ਪ੍ਰਸ਼ਾਦੇ ਆਪਾਂ ਰੋਜ਼ ਛਕਦੇ ਹਾਂ। ਮੌਕੇ 'ਤੇ ਜਥੇਦਾਰ ਨੇ ਆਖਿਆ ਨਹੀਂ ਪ੍ਰਸ਼ਾਦਾ ਛਕ ਲਓ, ਬਾਅਦ ਦੇ ਵਿੱਚ ਆਪਾਂ ਕਰਦੇ ਹਾਂ। ਜਦੋਂ ਪ੍ਰਸ਼ਾਦਾ ਛਕ ਕੇ ਅਰਦਾਸ ਹੋ ਗਈ ਬਾਬੇ ਤਾਰੂ ਸਿੰਘ ਜੀ ਨੂੰ, ਸਿੰਘਾਂ ਨੇ ਆਖਿਆ ਦੱਸੋ ਜੀ। ਜਥੇਦਾਰ ਨੇ ਆਖਿਆ ਤਾਰੂ ਸਿੰਘ ਦੱਸ ਕੀ ਆ ਵੀ ਪਰਉਪਕਾਰ ਦਾ ਕੰਮ? ਉਹਨੇ ਦੱਸਿਆ ਵੀ ਪੱਟੀ ਦੇ ਮਿਰਜ਼ੇ ਜਿਹੜੇ ਨੇ ਬਹੁਤ ਦੁਖੀ ਕਰਦੇ ਆ, ਉਹਨੇ ਬੁੱਢੇ ਦੀ ਲਟਕੀ ਚੁੱਕ ਲਈ ਆ ਤੋ ਦਿੰਦੇ ਨਹੀਂ ਗੇ, ਨਾ ਲਾਹੌਰ ਵਾਲਿਆਂ ਸੁਣੀ ਆ ਅਤੇ ਨਾ ਕਸੂਰ ਵਾਲੇ ਸੁਣੀ ਆ। ਇਹ ਵਾਸਤੇ ਉਹ ਬਜ਼ੁਰਗ ਜਿਹੜਾ ਆਪਣੇ ਘਰੇ ਬੈਠਾ ਵਾ ਅਤੇ ਬਹੁਤ ਰੋਣ ਡਿਆ। ਉਸ ਮੌਕੇ ਦੇ ਜਥੇਦਾਰ ਨੇ 100 ਘੋੜਸਵਾਰ ਦਿੱਤਾ। 100 ਘੋੜਸਵਾਰ ਦੇ ਕੇ ਅਤੇ ਆਖਿਆ ਜਾਓ ਬਜ਼ੁਰਗ ਦੀ ਲਟਕੀ ਛਡਾ ਕੇ ਬਜ਼ੁਰਗ ਦੇ ਹਵਾਲੇ ਕਰੋ। ਉਸ ਵੇਲੇ ਬਾਬੇ ਤਾਰੂ ਸਿੰਘ ਨੇ ਆਣ ਕੇ ਰਾਤ ਆਪਣੇ ਘਰੋਂ ਬਜ਼ੁਰਗ ਨੂੰ ਉਠਾ ਕੇ ਆਪਣੇ ਘੋੜੇ 'ਤੇ ਬਿਠਾ ਕੇ ਪੱਟੀ ਨੂੰ ਰਵਾਨਗੀ ਕਰਤੀ। ਜਦੋਂ ਪੱਟੀ ਜਾ ਕੇ ਪਹੁੰਚ ਕੇ ਅਤੇ ਸਿੰਘਾਂ ਨੇ ਉਹ ਚੌਂਕ ਦੇ ਵਿੱਚ ਜਿੱਥੇ ਮਿਰਜ਼ਿਆਂ ਦੀ ਕਚਹਿਰੀ ਲੱਗਦੀ ਸੀ ਉਸ ਚੌਂਕ ਦੇ ਵਿੱਚ ਜਾ ਕੇ ਵੇਖਿਆ ਮਿਰਜ਼ੇ ਦੇ ਮਹੱਲਾਂ ਕੋਲ ਪਹੁੰਚ ਚੁੱਕੇ ਸੀ। ਬਜ਼ੁਰਗ ਨੂੰ ਪੁੱਛਿਆ, ਉਹਨੇ ਕਿਹਾ ਵੀ ਇਹੋ ਹੀ ਮਹੱਲ ਨੇ। ਸਿੰਘਾਂ ਨੇ ਉਦੋਂ ਕੋਈ ਰਾਤ ਭਿੱਜ ਚੁੱਕੀ ਸੀ, 2:30 ਦਾ ਟਾਈਮ ਹੋ ਚੁੱਕਾ ਸੀ। ਸਿੰਘਾਂ ਨੇ ਜਕਾਰਾ ਛੱਡਿਆ। ਜਕਾਰਾ ਛੱਡਣ ਦੇ ਵਿੱਚ ਅਸਮਾਨ ਗੂੰਜਿਆ। ਖਾਲਸੇ ਦਾ ਜਕਾਰਾ ਸੁਣ ਕੇ ਫਿਰ ਮਿਰਜ਼ੇ ਨੇ ਬਾਰੀ ਖੋਲ੍ਹ ਕੇ ਆਪਣੇ ਮਹੱਲ ਦੀ ਵੇਖਿਆ ਅਤੇ ਥੱਲੇ ਖਾਲਸਾ ਫੌਜਾਂ ਜਿਹੜੀਆਂ ਘੋੜਸਵਾਰ ਖੜ੍ਹੇ ਸਨ। ਉਹਨੇ ਖਾਲਸਾ ਫੌਜ ਕਿੱਧਰ ਆਈ ਆ? ਉਹਨਾਂ ਮਿਰਜ਼ੇ ਨੂੰ ਆਖਿਆ ਵੀ ਆਹ ਬੁੱਢੇ ਦੀ ਲੜਕੀ ਜਿਹੜੀ ਇਹਦੇ ਹਵਾਲੇ ਕਰਦੇ, ਖਾਲਸੇ ਫੌਜ ਦਾ ਨਜ਼ਰਾਨਾ ਭਰ ਕੇ ਜਿਹੜੇ ਚੜ੍ਹਾਈ ਕਰਕੇ ਆਇਆ ਵਾ, ਤੇਰਾ ਇਹਦੇ ਵਿੱਚ ਭਲਾ ਆ। ਮਿਰਜ਼ਾ ਹੰਕਾਰਿਆ ਸੀ। ਉਹਨੇ ਨਸ਼ੇ ਦੀ ਹਕੂਮਤ ਦੇ ਨਸ਼ੇ ਦੇ ਵਿੱਚ ਹੰਕਾਰ 'ਚ ਬੋਲਿਆ ਵੀ ਜਾਓ ਜਾ ਕੇ ਕੋਈ ਕੜਾਹ ਪ੍ਰਸ਼ਾਦ ਛਕੋ, ਇਹੋ ਜਿਹੇ ਕੰਮ ਮੈਂ ਨਹੀਂ ਕਰਦਾ ਹੁੰਦਾ। ਖਾਲਸਾ ਵੀਰ ਰਾਹ ਦੇ ਵਿੱਚ ਆ ਗਿਆ। ਸਿੰਘਾਂ ਨੇ ਬਜ਼ੁਰਗ ਨੂੰ ਪੁੱਛਿਆ ਵੀ ਹੁਣ ਕੋਈ ਰਸਤਾ ਦੱਸੋ। ਰਸਤਾ ਕੋਈ ਇੱਕ ਪੌੜੀਆਂ ਚੜ੍ਹਦੀਆਂ ਸੀ, ਭੀੜਾ ਸੀ। ਉਹ ਭੀੜਾ ਹੋਣ ਕਰਕੇ ਉਹਦੇ ਵਿੱਚ ਨਾਕੇ ਜ਼ਿਆਦਾ ਸੀ, ਪਰ ਖਾਲਸੇ ਪਾਲਸ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਹਮਲਾ ਕਰਕੇ ਚੜ੍ਹ ਗਿਆ। ਜੋ ਰਸਤੇ ਦੇ ਵਿੱਚ ਸੰਤਰੀ ਸੀ ਉਹਨਾਂ ਦੇ ਕਤਲ ਕਰ ਦਿੱਤੇ ਗਏ। ਬਾਅਦ ਦੇ ਵਿੱਚ ਉਹ ਮਿਰਜ਼ੇ ਦੇ ਮਹੱਲਾਂ ਦੇ ਵਿੱਚ ਦਾਖਲ ਹੋ ਗਏ। ਉੱਥੇ ਜਾ ਕੇ ਜਿਹੜਾ ਮਿਰਜ਼ਾ ਸੀ ਉਹ ਡਰਦਾ ਤਹਿਖਾਨੇ ਦੇ ਵਿੱਚ ਵੜ ਗਿਆ। ਜਿਹੜੀ ਲੜਕੀ ਸੀ ਉਹਨੇ ਬਜ਼ੁਰਗ ਨੇ ਉਹਨੂੰ ਆਵਾਜ਼ ਮਾਰੀ, ਉਹਦਾ ਨਾਂ ਲੈ ਕੇ, ਅਤੇ ਉਹ ਲੜਕੀ ਬਾਹਰ ਆ ਗਈ। ਉਹਨੇ ਖਾਲਸੇ ਪੰਥ ਨੂੰ ਫਤਿਹ ਬੁਲਾ ਕੇ ਆਪਦੇ ਪਿਓ ਦੇ ਬਜ਼ੁਰਗ ਦੇ ਗੱਲ ਲੱਗੀ। ਫਿਰ ਉਸ ਖਾਲਸੇ ਫੌਜ ਨੇ ਉਹ ਪੁੱਛਿਆ ਵੀ ਭੈਣ ਦੁਸ਼ਟ ਕਿੱਥੇ ਆ? ਉਹਨੇ ਆਖਿਆ ਥੱਲੇ ਤਹਿਖਾਨੇ 'ਚ ਚਲ ਗਿਆ। ਖਾਲਸੇ ਫੌਜ ਨੇ ਉਹਨੂੰ ਤਹਿਖਾਨੇ 'ਚੋਂ ਕੱਢ ਕੇ ਬਾਹਰ ਲੈਣ ਦਾ ਮਿਹਨਤ ਕਰਨ ਲੱਗਾ ਵੀ ਮੈਂ ਨਜ਼ਰਾਨਾ ਭਰ ਦਿੰਦਾ ਵਾਂ ਅਤੇ ਮੈਨੂੰ ਮਾਰੋ ਨਾ। ਖਾਲਸੇ ਨੇ ਆਖਿਆ ਵੀ ਹੁਣ ਨਹੀਂ ਤੈਨੂੰ ਬਖਸ਼ਣਾ, ਤੂੰ ਆਪ ਸ਼ਬਦ ਬੋਲਿਆ। ਖਾਲਸੇ ਨੇ ਉਹਦਾ ਸਿਰ ਕਲਮ ਕਰਕੇ ਉਹ ਬੀਬੀ ਨੂੰ ਛਡਾ ਕੇ ਬਜ਼ੁਰਗ ਦੇ ਹਵਾਲੇ ਕਰ ਦਿੱਤਾ। 5 ਸਿੰਘਾਂ ਦੀ ਡਿਊਟੀ ਲਾਈ ਵੀ ਇਹਨਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਓ। ਜਿੱਥੇ ਬਜ਼ੁਰਗ ਦਾ ਕੋਈ ਸੁਰੱਖਿਅਤ ਥਾਂ ਸੀ ਉੱਥੇ ਉਹ ਦੋਵਾਂ ਨੂੰ ਪਹੁੰਚਾ ਕੇ ਖਾਲਸਾ ਪੰਥ ਆਪਣੇ ਟਿਕਾਣਿਆਂ 'ਤੇ ਚਲੇ ਗਿਆ। ਬਾਬਾ ਜੀ ਸੇਵਾ ਦੇ ਵਿੱਚ ਜੁਟ ਗਏ। ਹਕੂਮਤ ਦੇ ਵਿੱਚ ਥੜਥਲੀ ਮਚ ਗਈ ਵੀ ਮਿਰਜ਼ਿਆਂ ਦਾ ਕਤਲ ਹੋ ਗਿਆ ਵਾ, ਸਿੰਘ ਤਾਂ ਦੇ ਖਤਮ ਹੋ ਗਏ ਅਤੇ ਸਿੰਘ ਕਿੱਥੋਂ ਆ ਗਿਆ। ਉਸ ਵੇਲੇ ਜ਼ਕਰੀਆ ਖਾਨ ਨੇ ਸਖਤੀ ਕੀਤੀ। ਉਹਨੇ ਉਸ ਵੇਲੇ ਦੇ ਚੌਧਰੀਆਂ ਨੂੰ ਇਕੱਠਾ ਕਰਕੇ ਕੁੱਟਮਾਰ ਕੀਤੀ। ਜੋ ਉਸ ਵੇਲੇ ਦਾ ਬਹੁਤ ਵੱਡਾ ਮੁਖਬਰ ਸੀ, ਖਾਲਸੇ ਪੰਥ ਦਾ ਬਹੁਤ ਵੱਡਾ ਦੋਖੀ ਸੀ, ਹਰ ਭਗਤ ਨਿਰੰਜਨੀ ਜੰਡਿਆਲੇ ਵਾਲਾ,
ਜਦੋਂ ਉਹਦੀ ਵਾਰੀ ਆਈ ਉਹਨੇ ਆਖਿਆ ਇਹਨਾਂ ਨੂੰ ਕਿਉਂ ਕੁੱਟਦਾ ਏ, ਇਹਨਾਂ ਨੂੰ ਕੋਈ ਪਤਾ ਨਹੀਂ ਵੀ ਕਿਹਨਾਂ ਨੇ ਕਤਲ ਕੀਤਾ, ਮੈਨੂੰ ਪਤਾ ਵਾ ਵੀ ਇਹ ਕਤਲ ਕਿਹਨੇ ਕੀਤਾ ਵਾ। ਉਹਨੇ ਉਸੇ ਵੇਲੇ ਬਾਬੇ ਤਾਰੂ ਸਿੰਘ ਦਾ ਨਾਂ ਦੱਸਿਆ ਵੀ ਇਹਦਾ ਪਿਓ ਵੀ ਜਿਹੜਾ ਜੰਗ ਇਸ ਤਰ੍ਹਾਂ ਸ਼ਹੀਦ ਹੋਇਆ ਵਾ, ਕੱਲਾ ਕੱਲਾ ਮੁੰਡਾ ਵਾ ਅਤੇ ਦਿਨੇ ਤੋਂ ਵਾਹੀ ਕਰਦਾ ਵਾ, ਘਰ ਦਾ ਧੰਦਾ ਕਰਦਾ ਵਾ ਅਤੇ ਰਾਤ ਨੂੰ ਸਿੰਘਾਂ ਦੇ ਨਾਲ ਹਮਲੇ ਕਰਦਾ ਵਾ ਅਤੇ ਗੱਫਾ ਪਾਣੀ ਵੀ ਛਕਾਉਂਦਾ ਵਾ, ਉਹਨਾਂ ਨੂੰ ਹਰ ਇੱਕ ਚੀਜ਼ ਦਿੰਦਾ, ਇਲਾਕੇ ਦੇ ਜੋ ਵੀ ਹੋਈ ਬੋਈ ਸਾਰੀ ਦੱਸਦਾ ਵਾ। ਜ਼ਕਰੀਆ ਖਾਨ ਨੇ ਉਸ ਵੇਲੇ ਵਾਰੰਟ ਜਾਰੀ ਕਰਕੇ ਸਖਤੀ ਕਰਕੇ ਮੋਹਮਣ ਖਾਨ ਨੂੰ ਲਾਹੌਰ ਤੋਂ ਪੂਲੇ ਪਿੰਡ ਨੂੰ ਘੇਰਨ ਵਾਸਤੇ, ਗ੍ਰਿਫਤਾਰੀ ਕਰਨ ਵਾਸਤੇ ਭੇਜਿਆ। ਮੋਹਮਣ ਖਾਨ ਨੇ ਆਣ ਕੇ ਪੂਲਾ ਪਿੰਡ ਘੇਰ ਲਿਆ। ਉਹਨੇ ਸਖਤੀ ਨਾਲ ਬੋਲਿਆ। ਜਦੋਂ 4 ਬਜ਼ੁਰਗ ਸਿਆਣੇ ਜਿਹੜੇ ਮੋਹਮਣ ਖਾਨ ਦੇ ਸਾਹਮਣੇ ਗਏ, ਉਹਨਾਂ ਨੇ ਜਾ ਕੇ ਫਰਿਆਦ ਕੀਤੀ ਵੀ ਪਿੰਡ ਨੂੰ ਕਿਉਂ ਘੇਰਿਆ ਗਿਆ ਏ, ਪਿੰਡ ਦਾ ਕੀ ਕਸੂਰ ਆ। ਉਹਨਾਂ ਤੁਹਾਡੇ ਪਿੰਡ 'ਚ ਤਾਰੂ ਸਿੰਘ ਵੱਸਦਾ ਵਾ ਜੋ ਸਿੰਘਾਂ ਨੂੰ ਗੱਫਾ ਪਾਣੀ ਛਕਾਉਂਦਾ ਵਾ ਅਤੇ ਨਾਲੇ ਉਹਨੇ ਮਿਰਜ਼ਿਆਂ ਦਾ ਕਤਲ ਕੀਤਾ ਵਾ, ਇਹਨੂੰ ਗ੍ਰਿਫਤਾਰ ਕਰਨਾ ਵਾ। ਉਹਨਾਂ ਦੇ ਵਿੱਚੋਂ ਇੱਕ ਬਜ਼ੁਰਗ ਨੇ ਹਿੰਮਤ ਕੀਤੀ ਵੀ ਉਹ ਤਾਂ ਬਹੁਤ ਨੇਕ ਆਦਮੀ ਹੈ, ਬਹੁਤ ਬੀਬਾ ਬੱਚਾ ਇਹਦੇ, ਤੁਸੀਂ ਉਹਨੂੰ, ਉਹਨਾਂ ਨੇ ਮੋਹਮਣ ਖਾਨ ਨੇ ਆਪ ਸ਼ਬਦ ਬੋਲ ਕੇ ਬਜ਼ੁਰਗ ਦੀ ਬੇਇੱਜ਼ਤੀ ਕਰ ਦਿੱਤੀ। ਉਹ ਸਾਰੇ ਸਿਆਣੇ ਬਜ਼ੁਰਗ ਸੀ, ਚੁੱਪ ਕਰ ਗਏ। ਉਹਨਾਂ ਚਿਰ ਨੂੰ ਪੂਲੇ ਪਿੰਡ ਦੇ ਮੁਸਲਮਾਨਾਂ ਦਾ ਮੁੰਡਾ ਭੱਜ ਕੇ ਬਾਬਾ ਜੀ ਨੂੰ ਆਣ ਦੱਸਿਆ ਵੀ ਬਾਬਾ ਜੀ ਪਿੰਡ ਨੂੰ ਘੇਰਾ ਪੈ ਗਿਆ, ਤੁਹਾਡੀ ਗ੍ਰਿਫਤਾਰੀ ਦੇ ਬਾਰੇ ਆਏ ਆ ਅਤੇ ਤੁਸੀਂ ਜੰਗਲਾਂ ਨੂੰ ਚੱਲ ਜਾਓ ਅਤੇ ਜਿਹੜੇ ਤੁਹਾਡੇ ਕੋਲ ਬੋਲਦੇ ਨੇ ਮੈਨੂੰ ਦੇ ਦਿਓ, ਮੈਂ ਘਰੇ ਲੈ ਜਾਂਦਾ। ਬਾਬਾ ਜੀ ਨੇ ਆਖਿਆ ਵੀ ਨਹੀਂ, ਇਹ ਸਾਰਾ ਪਿੰਡ ਦੁਖੀ ਹੋਊਗਾ, ਪਿੰਡ ਉਹਨਾਂ ਜਾੜ ਦੇਣਾ ਵਾ ਅਤੇ ਵਾਸਤੇ ਮੇਰੇ ਇਕੱਲੇ ਦੇ ਜਾਣ ਵਾਸਤੇ ਵਧੀਆ ਵਾ। ਬਾਬਾ ਜੀ ਜਾ ਕੇ ਆਪ ਪੇਸ਼ ਹੋਏ। ਉਹਨਾਂ ਮੋਹਮਣ ਖਾਨ ਨੂੰ ਫਤਿਹ ਬੁਲਾਈ ਅਤੇ ਉਹਨੇ ਕਿਹਾ ਮੈਂ ਤਾਰੂ ਸਿੰਘ ਹਾਂ। ਉਹਨੇ ਤਾਰੂ ਸਿੰਘ ਨੂੰ ਵੇਖ ਕੇ ਅਤੇ ਉਹਨੇ ਕਿਹਾ ਮੈਂ ਤੈਨੂੰ ਗ੍ਰਿਫਤ ਕਰਨ ਵਾਸਤੇ, ਉਹਨੇ ਕਿਹਾ ਚੱਲਦੇ ਹਾਂ। ਫਿਰ ਬਾਬਾ ਜੀ ਨੇ ਆਖਿਆ ਭਈ ਗੱਲ ਸੁਣ, ਤੇਰੇ ਮਾਲਕ ਦਾ ਹੁਕਮ ਆ ਮੈਨੂੰ ਗ੍ਰਿਫਤਾਰ ਕਰਨ ਵਾਸਤੇ, ਮੇਰੇ ਮਾਲਕ ਦਾ ਹੁਕਮ ਆ ਵੀ ਆਏ ਗਏ ਨੂੰ ਗੱਫਾ ਪਾਣੀ ਛਕਾ ਕੇ ਫਿਰ ਉਸ ਦੇ ਨਾਲ ਜੋ ਮਸਲਾ ਹੱਲ ਕਰਨਾ। ਉਹਦੇ ਕਹਿਣ 'ਤੇ ਉਹ ਮੰਨ ਗਿਆ। ਉਹਨੇ ਆਪਣੇ ਉਹ ਬਜ਼ੁਰਗਾਂ ਨੂੰ ਆਖਿਆ, ਬਾਬਾ ਤਾਰੂ ਸਿੰਘ ਜੀ ਨੇ, ਵੀ ਇਹਨਾਂ ਨੂੰ ਹਵੇਲੀ 'ਚ ਖੜ੍ਹ ਕੇ ਜਲ ਪਾਣੀ ਛਕਾਓ। ਜਿਹੜਾ ਉਸ 2 ਨੰਬਰ 'ਤੇ ਜਿਹੜਾ ਛੋਟਾ ਠਾਣਦਾਰ ਸੀ ਮੋਹਮਣ ਖਾਨ ਦੇ ਥੱਲੇ, ਉਹਨੇ ਕਿਹਾ ਵੀ ਇਹ ਨੌਜਵਾਨ ਦੇ ਮਗਰ ਲੱਗ ਕੇ ਤੂੰ ਹਵੇਲੀ 'ਚ ਵੜ ਚੱਲਿਆ ਵਾਂ, ਜੇ 2-4 ਸਿੰਘ ਆ ਗਏ ਅਤੇ ਆਪਣੇ 25 ਸਾਰੇ ਸਿਪਾਹੀ ਨੇ ਅਤੇ ਇਹਨਾਂ ਨੇ ਮਿੰਟ 'ਚ ਮਾਰ ਦੇਣੇ ਆ। ਮੋਹਮਣ ਖਾਨ ਲੱਗਾ, ਇਹ ਖਾਨ ਆਖਣ ਲੱਗਾ ਇਹ ਇਸ ਤਰ੍ਹਾਂ ਦਾ ਵਾ। ਉਹਨੇ ਹਜੇ ਇਸ ਤਰ੍ਹਾਂ ਦਾ ਨਹੀਂ, ਤੇ ਇਹਨੂੰ ਗ੍ਰਿਫਤਾਰ ਕਰਨ ਕਿਉਂ ਆਇਆ। ਇਹ ਵਾਸਤੇ ਚਲੋ ਜਲ ਪਾਣੀ ਛਕਿਆ ਗਿਆ। ਬਾਬਾ ਜੀ ਨੂੰ ਮੋਹਮਣ ਖਾਨ ਨੇ ਆਪਣੇ ਘੋੜੇ 'ਤੇ ਚੜ੍ਹਾ ਕੇ ਲਾਹੌਰ ਨੂੰ ਤੁਰ ਪਏ। ਰਸਤੇ ਦੇ ਵਿੱਚ ਪੜਾਣਾ ਪਿੰਡ ਆਉਂਦਾ ਵਾ। ਪੜਾਣੇ ਪਿੰਡ ਦੇ ਚੌਧਰੀ ਜਿਹੜੇ ਸੀ ਉਹ ਬਾਬਾ ਜੀ ਦੇ ਬਹੁਤ ਨੇੜਿਓਂ ਸੀ, ਆਪਣੇ ਜ਼ਕਰੀਆ ਖਾਨ ਦੇ ਬਹੁਤ ਨੇੜਿਓਂ ਸੀ। ਉੱਥੇ ਰਾਤ ਚੌਧਰੀਆਂ ਦੇ ਘਰ ਮੋਹਮਣ ਖਾਨ ਰਿਹਾ। ਬਾਬਾ ਜੀ ਵੀ ਨਾਲ ਉੱਥੇ ਰਹੇ। ਉਸ ਪਿੰਡ ਦੇ ਨੌਜਵਾਨਾਂ ਨੇ ਹਿੰਮਤ ਕੀਤੀ, ਇਕੱਤਰਤਾਈ ਕਰਕੇ ਗੁਰਮਤਾ ਕੀਤਾ ਵੀ ਬਾਬੇ ਤਾਰੂ ਸਿੰਘ ਨੂੰ ਛਡਾ ਲਿਆ ਜਾਵੇ। ਜਦੋਂ ਛਡਾਉਣ ਦੀਆਂ ਤਿਆਰੀਆਂ ਕੀਤੀਆਂ ਨੌਜਵਾਨਾਂ ਨੇ ਵੀ ਇਹ 25 ਸਿਪਾਹੀ ਮਾਰ ਦਿੱਤੇ ਹੋ ਜਾਣ, ਬਾਬਾ ਜੀ ਨੂੰ ਛਡਾ ਦਿੱਤਾ ਜਾਵੇ। ਉੱਥੇ ਕੋਈ ਸਿਆਣਾ ਸਿੱਖ ਆ ਗਿਆ। ਉਹਨੇ ਉਹਨਾਂ ਨੌਜਵਾਨਾਂ ਦੀ ਸਲਾਹ ਸੁਣ ਕੇ ਪੁੱਛਿਆ ਵੀ ਪਹਿਲਾਂ ਬਾਬਾ ਜੀ ਨੂੰ ਪੁੱਛੋ ਵੀ ਉਹ ਛੁੱਟਣਾ ਚਾਹੁੰਦੇ ਆ। ਜਦੋਂ ਥੋੜ੍ਹੇ ਕੋਈ ਲਾਲਚ ਦੇ ਕੇ, ਕੋਈ ਪੈਸੇ ਦੇ ਕੇ ਮੋਹਮਣ ਖਾਨ ਨੂੰ ਚੌਧਰੀ ਰਾਹੀਂ ਗੱਲ ਕੀਤੀ। ਮੋਹਮਣ ਖਾਨ ਨੇ ਆਖਿਆ ਨਾਲੇ ਇਹਨੂੰ ਸਮਝਾ ਲਓ ਅਤੇ ਤੁਸੀਂ ਜਲ ਪਾਣੀ ਛਕਾ ਲਓ। ਜਦੋਂ ਬਾਬਾ ਜੀ ਨੂੰ ਦੁੱਧ ਪਾਣੀ ਛਕਾਇਆ ਤਾਂ ਉਹਨਾਂ ਸਹਿ ਨਾਲ ਬਾਬਾ ਜੀ ਨੇ ਆਖਿਆ ਬਾਬਾ ਜੀ ਅਸੀਂ ਤਿਆਰ ਹਾਂ, ਜੇ ਤੁਸੀਂ ਆਖੋ ਤਾਂ ਇਹਨਾਂ ਨੂੰ ਕਤਲ ਕਰਕੇ ਤੁਹਾਨੂੰ ਛਡਾ ਲਈਏ। ਬਾਬਾ ਜੀ ਨੇ ਆਖਿਆ ਨਹੀਂ, ਇਹ ਵਾਸਤੇ ਇਹ ਸੌਦਾ ਜਿਹੜਾ ਮਹਿੰਗਾ ਵਾ, ਮੇਰੀ ਇੱਕ ਜਾਨ ਬਦਲੇ ਤੁਸੀਂ ਸਾਰਾ ਪਿੰਡ ਦੁਖੀ ਹੋ ਜਾਓਗੇ, ਇਹ ਪਿੰਡ ਜਾੜ ਦਿੱਤਾ ਜਾਊਗਾ ਅਤੇ ਬੇਹਾਲ ਹੋ ਜਾਊਗਾ। ਇਸ ਵਾਸਤੇ ਮੈਂ ਲਾਹੌਰ ਜਾ ਕੇ ਆਪਣੀ ਪੇਸ਼ੀ ਦੇਣੀ ਆ। ਉਹ ਵਾਸਤੇ ਉਸ ਲਾਹੌਰ ਪੇਸ਼ ਕੀਤਾ ਗਿਆ। ਜਦੋਂ ਜ਼ਕਰੀਆ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਮੋਹਮਣ ਖਾਨ ਨੇ ਜ਼ਕਰੀਆ ਖਾਨ ਨੂੰ ਇਸ਼ਾਰਾ ਕਰਕੇ ਕਿਹਾ ਵੀ ਇਹ ਤਾਰੂ ਸਿੰਘ ਆ। ਬਾਬਾ ਜੀ ਨੇ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੋਹਮਣ ਫਤਿਹ ਬੁਲਾਉਣ 'ਤੇ ਜ਼ਕਰੀਆ ਖਾਨ ਨੂੰ ਅੱਗ ਲੱਗ ਗਈ। ਉਹਨੇ ਕਿਹਾ ਤਾਰੂ ਸਿੰਘ ਇਹ ਕੋਈ ਅਨੰਦਪੁਰ ਸਾਹਿਬ ਦੀ ਧਰਤੀ ਨਹੀਂ ਜਿੱਥੇ ਤੇਰੀ ਫਤਿਹ ਚੱਲਣੀ ਹੈ, ਇੱਥੇ ਝੁੱਕ ਕੇ ਸਲਾਮ ਕਰਨੀ ਪੈਣੀ ਆ। ਬਾਬਾ ਜੀ ਨੇ ਆਖਿਆ ਵੀ ਮੇਰੇ ਗੁਰੂ ਦਾ ਹੁਕਮ ਆ ਵੀ ਫਤਿਹ ਬੁਲਾਉਣੀ ਆ। ਨਿਡਰਤਾ ਵੇਖ ਕੇ ਬਾਬਾ ਜੀ ਦੀ ਵੀਰ ਰਸ ਵੇਖ ਕੇ ਜ਼ਕਰੀਆ ਖਾਨ ਦੇ ਮਨ 'ਚ ਲਾਲਚ ਆਇਆ ਵੀ ਜੇ ਇਹਨੂੰ ਮੁਸਲਮਾਨ ਬਣਾ ਲਿਆ ਜਾਵੇ ਅਤੇ ਸਾਨੂੰ ਬਹੁਤੇ ਲੜਨ ਦੀ ਲੋੜ ਨਹੀਂ, ਇਕੱਲਾ ਹੀ ਬਹੁਤ ਆ। ਉਹਨੇ ਇਸ ਵਾਸਤੇ ਮੋਹਮਣ ਖਾਨ ਨੂੰ ਆਖਿਆ ਇਹਨੂੰ ਸਮਝਾਓ। ਬੜੇ ਲਾਲਚ ਦਿੱਤੇ ਗਏ, ਤੈਨੂੰ ਫੌਜਾਂ ਦਾ ਜਰਨੈਲ ਬਣਾ ਦਿੰਦੇ ਹਾਂ,
ਤੈਨੂੰ ਇੰਨੀਆਂ ਜਗੀਰਾਂ ਦੇ ਦਿੰਦੇ ਆ, ਤੂੰ ਮੁਸਲਮਾਨ ਹੋ ਜਾ। ਜਦੋਂ ਬਾਬਾ ਜੀ ਹਰ ਗੱਲ 'ਤੇ ਨਾ ਕਰਦੇ ਗਏ, ਬਾਅਦ ਦੇ ਵਿੱਚ ਜ਼ਕਰੀਆ ਖਾਨ ਨੇ ਐਡਾ ਵੱਡਾ ਲਾਲਚ ਦੇਤਾ ਵੀ ਮੇਰੀ ਲੜਕੀ ਵਿਆਹੁਣ ਵਾਲੀ ਆ ਅਤੇ ਮੈਂ ਤੈਨੂੰ ਆਪਣਾ ਦਮਾਦ ਬਣਾ ਲੈਂਦਾ ਵਾਂ ਅਤੇ ਤੂੰ ਇੰਝ ਕਰ ਵੀ ਸਿੱਖੀ ਛੱਡ ਦੇ। ਪਰ ਬਾਬਾ ਜੀ ਨੇ ਇਹ ਗੱਲ ਤੋਂ ਨਾ ਕਰਤੀ ਵੀ ਮੈਂ ਸਿੱਖੀ ਨਹੀਂ ਛੱਡ ਸਕਦਾ ਅਤੇ ਮੈਂ ਤੇਰੀ ਲੜਕੀ ਦਾ ਰਿਸ਼ਤਾ ਨਹੀਂ ਲੈ ਸਕਦਾ। ਫਿਰ ਜ਼ਕਰੀਆ ਖਾਨ ਗੁੱਸੇ ਵਿੱਚ ਆਣ ਕੇ ਬਾਬਾ ਜੀ ਨੂੰ ਤਸੀਹੇ ਦੇਣ ਦੇ ਹੁਕਮ ਦਿੱਤੇ। ਬਹੁਤ ਵੱਡੇ ਵੱਡੇ ਤਸੀਹੇ ਦਿੱਤੇ ਗਏ, ਬਹੁਤ ਵੱਡੀ ਸਖਤੀ ਕੀਤੀ ਗਈ। ਜਦੋਂ ਬਾਬਾ ਜੀ ਨੂੰ ਸਖਤੀ ਕਰਕੇ ਜ਼ਕਰੀਆ ਖਾਨ ਦੇ ਪੇਸ਼ ਕੀਤਾ ਗਿਆ ਅਤੇ ਜ਼ਕਰੀਆ ਖਾਨ ਨੇ ਆਖਿਆ, ਤਾਰੂ ਸਿਆਂ ਸੁਣਾ। ਅਤੇ ਬਾਬਾ ਤਾਰੂ ਸਿਉਂ ਪਰਪੱਕ ਰਹੇ ਵੀ ਮੈਂ ਸਿੱਖੀ ਨਹੀਂ ਛੱਡਣੀ। ਬਾਅਦ ਦੇ ਵਿੱਚ ਉੱਥੇ ਕੋਈ ਕਾਜੀ ਮੁੱਲਾ ਮਾੜੀ ਮੱਤ ਦਾ ਬੈਠਾ ਸੀ, ਉਹਨੇ ਸਿੱਖੀ ਦੇ ਬਰਖਲਾਫ ਕੋਈ ਅਪਸ਼ਬਦ ਬੋਲੇ। ਬਾਬਾ ਜੀ ਵੀਰ ਰਾਸ ਦੇ ਵਿੱਚ ਆਣ ਕੇ ਉਹਨੂੰ ਲੱਤ ਮਾਰੀ। ਉਹ ਜਿਹੜੀ ਲੱਤ ਸੀ ਉਹਦੇ ਵੱਜੀ, ਉਹ ਜਾ ਕੇ ਜ਼ਕਰੀਆ ਖਾਨ ਦੀ ਕੁਰਸੀ ਨਾਲ ਵੱਜਾ, ਜੇ ਉਹਦੀ ਮੌਕੇ 'ਤੇ ਮੌਤ ਹੋ ਗਈ। ਜਿਹੜਾ ਜ਼ਕਰੀਆ ਖਾਨ ਸੀ ਉਹ ਕੰਬ ਗਿਆ ਵੀ ਇਹਨਾਂ ਵੀਰ ਰਸ ਵਾਲਾ ਐਡਾ ਤਕੜਾ ਬੰਦਾ ਜਿਹੜਾ ਨੂੰ ਕਾਬੂ ਕੀਤਾ ਜਾਵੇ। ਬਾਅਦ ਦੇ ਵਿੱਚ ਜ਼ਕਰੀਆ ਖਾਨ ਨੇ ਹੁਕਮ ਦਿੱਤਾ ਕਿ ਇਹਨੂੰ ਚਰਖੜੀ ਚਾੜ੍ਹ ਦਿਓ। ਚਰਖੜੀ ਚਾੜ੍ਹਿਆ ਗਿਆ। ਚਰਖੜੀ ਚਾੜ੍ਹਨ ਤੋਂ ਬਾਅਦ ਵਿੱਚ ਉਤਾਰ ਕੇ ਜਦੋਂ ਹੋਸ਼ 'ਚ ਆਏ ਬਾਬਾ ਜੀ, ਉਹਨਾਂ ਨੂੰ ਜ਼ਕਰੀਆ ਖਾਨ ਦੇ ਪੇਸ਼ ਕੀਤਾ। ਜ਼ਕਰੀਆ ਖਾਨ ਨੇ ਪੁੱਛਿਆ, ਤਾਰੂ ਸਿਆਂ ਹਾਂ ਆਇਆ ਸਿੱਖੀ ਦਾ ਸਵਾਦ? ਸਿੱਖੀ ਕੈਸੀ ਆ? ਉਹਨੇ ਜ਼ਕਰੀਆ ਖਾਨ ਨੂੰ ਆਖਿਆ, ਜੇ ਗੁੰਗੇ ਨੂੰ ਆਖੀਏ ਨਾ ਵੀ ਮਠਿਆਈ ਖਾ ਕੇ ਸਵਾਦ ਦੱਸ ਤੇ ਗੁੰਗਾ ਨਹੀਂ ਦੱਸ ਸਕਦਾ। ਜੇ ਖਾਂ ਜੇ ਕਰੇ ਚੜ੍ਹ ਕੇ ਵੇਖੋ ਚਰਖੜੀ ਦੇ ਨਜ਼ਾਰੇ ਕਿਹੋ ਜਿਹੇ ਨੇ। ਜ਼ਕਰੀਆ ਖਾਨ ਨੇ ਗੁੱਸੇ 'ਚ ਆਣ ਕੇ ਫਿਰ ਹੁਕਮ ਦੇਤਾ ਵੀ ਇਹਨਾਂ ਨੂੰ ਫਿਰ ਚਰਖੜੀ ਚਾੜ੍ਹੋ। ਦੂਰੀ ਨੇ ਚਰਖੜੀ ਚਾੜ੍ਹ ਦਿੱਤਾ ਗਿਆ। ਬਾਬਾ ਜੀ ਦਾ ਸਰੀਰ ਜਿਹੜਾ ਨਿਹਬਲ ਹੋ ਗਿਆ, ਜ਼ਿਆਦਾ ਪਿੰਜ ਘੱਤਿਆ। ਬਾਅਦ ਦੇ ਵਿੱਚ ਬਾਬਾ ਜੀ ਨੂੰ ਉੱਠ ਕੇ ਜਗ੍ਹਾ 'ਤੇ ਰੱਖ ਦਿੱਤਾ ਗਿਆ। ਫਿਰ ਇਹਨਾਂ ਨੇ ਸਲਾਹ ਕੀਤੀ ਸਾਰੀ ਮੁਗਲੀਆ ਹਕੂਮਤ ਨੇ ਵੀ ਇਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਦਿੱਤਾ ਜਾਓ। ਉਹਨਾਂ ਆਖਿਆ ਇਹਨਾਂ ਦਾ ਕੇਸ ਕਤਲ ਕਰ ਦਿਓ ਅਤੇ ਆਖ ਦਿਓ ਵੀ ਤਾਰੂ ਸਿਉਂ ਮੰਨ ਗਿਆ, ਮੁਸਲਮਾਨ ਹੋ ਗਿਆ। ਜਦੋਂ ਕੇਸ ਕਤਲ ਕਰਨ ਲੱਗੇ, ਬਾਬਾ ਜੀ ਨੂੰ ਪਤਾ ਲੱਗਾ। ਬਾਬਾ ਜੀ ਨੇ 10ਵੇਂ ਪਾਤਸ਼ਾਹ ਗੜੀ ਅਰਦਾਸ ਕੀਤੀ ਵੀ ਹੁਣ ਸਿੱਖੀ ਤੇਰੀ ਆ, ਹੁਣ ਮੇਰੀ ਨਹੀਂ, ਮੇਰੀ ਜਿੰਨੀ ਮੈਂ ਆਪਣੀ ਨਿਭਾ ਲਈ ਆ। ਉਸ ਵਕਤ ਦੇ ਮੌਕੇ ਦੇ ਦਰੋਗੇ ਨੇ, ਕੁਤਵਾਲ ਨੇ 4 ਨਾਈ ਸੱਦੇ, ਸੱਦ ਕੇ ਉਹਨਾਂ ਨੂੰ ਹੁਕਮ ਕੀਤਾ ਵੀ ਇਹਦਾ ਕੇਸ ਕਤਲ ਕਰੋ। ਜਿਹੜੇ ਕੇਸ ਸੀ ਉਹ ਕਤਲ ਨਹੀਂ ਹੋਏ, ਉਹ ਨਿਹਬਲ ਹੋ ਗਏ ਸਾਰੇ। ਉਹ ਹਾਰ ਮੰਨ ਗਏ ਵੀ ਇਹ ਕੋਈ ਸਾਡੇ ਤੋਂ ਇਹਦੇ ਕੇਸ ਕਤਲ ਨਹੀਂ ਹੁੰਦੇ। ਉਹਨਾਂ ਨੇ ਉਹਨਾਂ ਨੂੰ ਮੰਦੇ ਸ਼ਬਦ ਬੋਲੇ। ਬੋਲ ਕੇ ਇੱਕ ਕੋਈ ਗਰਮ ਸੁਭਾਅ ਦਾ ਬੰਦਾ ਸੀ, ਉਹਨੇ ਆਹ ਭਾਈ ਤੂੰ ਆਪ ਕੱਟ ਲਾ, ਸਾਡੇ ਤੋਂ ਨਹੀਂ ਕੱਟੇ ਜਾਂਦੇ। ਜਦੋਂ ਦਰੋਗਾ ਆਪ ਕੱਟਣ ਦੀ ਕੋਸ਼ਿਸ਼ ਕੀਤੀ, ਉਹਦੀਆਂ ਵੀ ਬਾਹਾਂ ਦੇ ਵਿੱਚ ਬਲ ਨਹੀਂ ਰਿਹਾ, ਉਹ ਵੀ ਹਾਰ ਚੁੱਕਾ ਸੀ। ਉਹਨੇ ਜਾ ਕੇ ਜ਼ਕਰੀਆ ਖਾਨ ਨੂੰ ਆਖਿਆ ਵੀ ਉਹ ਕੋਈ ਜਾਦੂਗਰ ਆ, ਉਹਦੇ ਜਿਹੜੇ ਕੇਸ ਹੈ ਨਾ ਉਹ ਤਾਰਾਂ ਬਣ ਗਏ ਆ, ਉਹ ਸਾਡੇ ਤੋਂ ਨਹੀਂ ਕੱਟੀ ਦੇ। ਜ਼ਕਰੀਆ ਖਾਨ ਨੇ ਆਖਿਆ ਜੀ ਖੋਪਰੀ ਉਤਾਰ ਦਿਓ। ਜਦੋਂ ਜ਼ਕਰੀਆ ਖਾਨ ਦਾ ਹੁਕਮ ਲੈ ਕੇ ਵਾਪਸ ਤਾਰੂ ਸਿੰਘ ਕੋਲ ਆਇਆ ਨਾ, ਅਤੇ ਤਾਰੂ ਸਿੰਘ ਨੂੰ ਦਰੋਗਾ ਖਲੋ ਕੇ ਆਖਣ ਲੱਗਾ, ਹੁਣ ਵੇਖੀ ਅਸੀਂ ਤੇਰੇ ਨਾਲ ਕੀ ਕਰਦੇ। ਆਂਦਾ ਕੀ ਕਰੋਗੇ? ਆਂਦਾ ਤੇਰੀ ਸਾਨੂੰ ਖੋਪਰੀ ਲਾ ਦੇਣੀ ਆ। ਉਹ ਆਂਦਾ ਫੇਰ ਕੀ ਖੋਪਰੀ ਲਾ ਦੇਣੀ, ਮੇਰੀ ਸਿੱਖੀ ਤਾਂ ਨਹੀਂ ਨਾ ਗਈ, ਉਹ ਤਾਂ ਨਿਭ ਗਈ ਆ ਨਾ। ਖੋਪਰੀ ਲੈ ਜੂ ਤਾਂ ਮੈਨੂੰ ਇਹ ਗੱਲ ਦੀ ਪਰਵਾਹ ਨਹੀਂ। ਇੰਨੀ ਗੱਲ ਕਿ ਉਹ ਦਰੋਗੇ ਨੂੰ ਉਹਦੇ ਨਾਲ ਸਾਰਿਆਂ ਨੂੰ ਅੱਗ ਲੱਗੀ ਵੀ ਅਜੇ ਵੀ ਸਾਡੇ ਗਾੜੀਏ ਵੇਰਦਾ ਹੈ। ਉਹਨਾਂ ਨੇ ਬਾਬਾ ਜੀ ਦੇ ਖੋਪਰੀ ਉਤਾਰਨ ਦੇ ਯਤਨ ਕੀਤੇ। ਬਾਬਾ ਜੀ ਚੌਂਕੜੀ ਮਾਰ ਕੇ ਬਹਿ ਗਏ ਤਾਂ ਉਹਨਾਂ ਲਓ ਖੋਪਰੀ ਉਤਾਰ ਲਓ। ਜਦੋਂ ਖੋਪਰੀ ਉਤਾਰੀ ਗਈ ਅਤੇ ਬਾਬਾ ਜੀ ਡੋਲ ਬੈਠੇ ਰਹੇ, ਸਿੱਖੀ 'ਚ ਪਰਪੱਕ ਰਹੇ। ਬਾਅਦ ਦੇ ਵਿੱਚ ਬਾਬਾ ਜੀ ਨੂੰ ਕਿਸੇ ਗਲਤ ਸੁਰੱਖਿਅਤ ਥਾਂ ਦੇ ਵਿੱਚ ਉਹ ਸਮੇਂ ਦੀ ਬੋਲਦੇ ਵੀ ਖੱਡ 'ਚ ਸੁੱਟਿਆ ਗਿਆ, ਕੋਈ ਕੁਛ ਬੋਲਦਾ ਹੈ, ਉੱਥੇ ਰੱਖਿਆ ਗਿਆ। ਜ਼ਕਰੀਆ ਖਾਨ ਨੇ ਬਾਬਾ ਜੀ ਨੂੰ ਅਪਸ਼ਬਦ ਬੋਲੇ ਸਿੱਖੀ ਦੇ ਬਰਖਲਾਫ। ਬਾਬਾ ਜੀ ਵੀਰ ਰਸ ਦੇ ਵਿੱਚ ਆ ਗਏ। ਇਹਨਾਂ ਨੇ ਬੋਲਾ ਛੱਡਤਾ ਵੀ ਤੈਨੂੰ ਖਾਲਸੇ ਦੀ ਜੁੱਤੀ ਦੇ ਅੱਗੇ ਲੱਗ ਕੇ ਜਾਣਾ ਪਊਗਾ। ਜ਼ਕਰੀਆ ਖਾਨ ਆਪਣੇ ਮਹੱਲਾਂ ਨੂੰ ਚਲ ਗਿਆ। ਬਾਬਾ ਜੀ ਦਾ ਸਰੀਰ ਉੱਥੇ ਜਿੱਥੇ ਰੱਖਿਆ ਗਿਆ ਉੱਥੇ ਪਿਆ ਰਿਹਾ। ਲਾਹੌਰ ਦੇ ਰਾਮਗੜ੍ਹ ਮਹੱਲੇ ਦੇ ਮਿਸਤਰੀ ਸਿੰਘ ਜ਼ਕਰੀਆ ਖਾਨ ਦੇ ਪੇਸ਼ ਹੋਏ। ਉਹਨਾਂ ਆਣ ਕੇ ਆਖਿਆ ਵੀ ਬਾਬਾ ਜੀ ਦਾ ਸਰੀਰ ਸਾਨੂੰ ਦੇ ਦਿੱਤਾ ਜਾਵੇ, ਅਸੀਂ ਇਹਨੂੰ ਕੋਈ ਮਲਮ ਪੱਟੀ ਕਰਾਂਗੇ, ਤੁਹਾਂ ਜੋ ਕਰਨਾ ਕਰ ਲਿਆ। ਪਰ ਜ਼ਕਰੀਆ ਖਾਨ ਨੇ ਨਾ ਕਰਤੀ ਵੀ ਇਹ ਬੰਦੇ ਦਾ ਸਰੀਰ ਨਹੀਂ ਦਿੱਤਾ ਜਾਊਗਾ। ਇਹ ਵਾਸਤੇ ਉਹਨੂੰ ਜਿਹੜੇ ਸੀ ਓਗੜ ਦੇ ਮਿਸਤਰੀ ਸਿੰਘ ਸੀ, ਉਹ ਵੀਰ ਰਾਸ ਦੇ ਵਿੱਚ ਆ ਗਏ। ਉਹਨਾਂ ਹਜੇ ਉਹਨੂੰ ਮਾਰਤਾ ਤੇ ਸਾਨੂੰ ਵੀ ਮਾਰ ਦੂਗੀ, ਫਿਰ ਚੁੱਕੋ ਬਾਬਾ ਜੀ ਦਾ ਸਰੀਰ। ਇਹ ਚੁੱਕ ਕੇ ਸਰੀਰ ਰਾਮਗੜ੍ਹੀ
ਧਰਮਸ਼ਾਲਾ ਦੇ ਵਿੱਚ ਲੈ ਗਏ। ਉੱਥੇ ਜਾ ਕੇ ਬਾਬਾ ਜੀ ਨੂੰ ਉਹਨਾਂ ਨੇ ਕੜਾਹ ਪ੍ਰਸ਼ਾਦ ਦੀਆਂ ਪੱਟੀਆਂ ਕਰਨੀਆਂ ਸ਼ੁਰੂ ਕਰਤੀਆਂ। ਬਾਬਾ ਜੀ ਨਿਤਨੇਮ ਦੇ ਵਿੱਚ ਜੁੜੇ ਰਹਿ ਗਏ। ਬਾਅਦ ਦੇ ਵਿੱਚ ਜ਼ਕਰੀਆ ਖਾਨ ਨੂੰ ਬੰਨ੍ਹ ਪੈ ਗਿਆ। ਜ਼ਕਰੀਆ ਖਾਨ ਨੂੰ ਬੰਨ੍ਹ ਪੈਣ ਦੇ ਵਿੱਚ ਜਦੋਂ ਜ਼ਕਰੀਆ ਖਾਨ ਨੇ ਆਪਣੇ ਲਾਹੌਰ ਦੇ ਮੁੱਲਾਂ ਮਲਾਣੇ ਸਾਰੇ ਸੱਦੇ, ਉਹ ਸਾਰੇ ਹਾਰ ਗਏ। ਉਹਨਾਂ ਕਿਹਾ ਸਾਡੀ ਪੇਸ਼ ਨਹੀਂ ਚੱਲਦੀ, ਤੂੰ ਕੋਈ ਸੰਤ ਸਤਾਇਆ ਹੈ। ਜ਼ਕਰੀਆ ਖਾਨ ਨੂੰ ਉਸੇ ਵੇਲੇ ਯਾਦ ਆ ਗਈ ਵੀ ਮੈਂ ਤਾਰੂ ਸਿੰਘ ਨਾਲ ਬਹੁਤਾ ਧੱਕਾ ਕੀਤਾ। ਉਹਨੇ ਉਸ ਵੇਲੇ ਦੇ ਜਿਹੜੇ 2 ਪਿਓ ਪੁੱਤ ਜੰਬਰ ਪਿੰਡ ਦੇ ਸ਼ਬੇਗ ਸਿੰਘ ਤੇ ਸ਼ਬਾਬ ਸਿੰਘ ਲਾਹੌਰ ਦੇ ਠੇਕੇਦਾਰ ਸਨ, ਉਹਨਾਂ ਨੂੰ ਸੱਦਿਆ। ਉਹਨੇ ਵਾਸਤਾ ਪਾਇਆ ਵੀ ਮੈਨੂੰ ਤਾਰੂ ਸਿੰਘ ਨੂੰ ਬਖਸ਼ਾਓ ਅਤੇ ਜੋ ਵੀ ਤੁਸੀਂ ਆਖੋ ਮੈਂ ਕਰੂੰਗਾ ਅਤੇ ਮੇਰੇ ਨੂੰ ਤੋਂ ਬਖਸ਼ਾ ਦਿਓ। ਸ਼ਬੇਗ ਸਿੰਘ ਬਾਬਾ ਜੀ ਦੇ ਸਰੀਰ ਕੋਲ ਪਹੁੰਚਾ, ਖਲੋ ਕੇ ਕੁਛ ਬੋਲ ਨਹੀਂ ਰਿਹਾ। ਬਾਬਾ ਜੀ ਨੇ ਬੋਲ ਸਿਰ ਕੇ ਪੁੱਛਿਆ ਵੀ ਸ਼ਬੇਗ ਸਿੰਘ ਕਿਸ ਤਰ੍ਹਾਂ ਖਲੋਤਾ ਹਾਂ। ਉਹਨੇ ਕਿਹਾ ਬਾਬਾ ਜੀ ਖਾਨ ਜਿਹੜਾ ਨਾ ਹੁਣ ਮਿੰਨਤਾਂ ਤਰਲੇ ਕਰ ਲਿਆ, ਵਾਸਤੇ ਪਾ ਰਿਹਾ ਵਾ ਵੀ ਮੈਨੂੰ ਬਖਸ਼ ਦਿਓ, ਉਹਨੂੰ ਬੰਨ੍ਹ ਪੈ ਗਿਆ ਵਾ, ਤਾਂ ਉਹਨਾਂ ਤੁਹਾਡੇ ਕੋਲ ਮਿੰਨਤ ਕਰਨ ਵਾਸਤੇ ਭੇਜਿਆ। ਅਤੇ ਬਾਬਾ ਜੀ ਨੇ ਅੱਗੋਂ ਜਵਾਬ ਦਿੱਤਾ ਵੀ ਸਾਡੇ ਕਮਾਨ ਦੇ ਵਿੱਚੋਂ ਤੀਰ ਨਿਕਲ ਚੁੱਕਾ ਵਾ, ਸਾਡੇ ਤੋਂ ਬੋਲ ਬਾਲਾ ਵਾਪਸ ਨਹੀਂ ਹੋਣਾ, ਹੁਣ ਤੁਸੀਂ ਖਾਲਸੇ ਪੰਥ ਕੋਲ ਚੱਲ ਜਾਓ। ਉਹ ਪਹਿਲਾਂ ਰੱਖ ਦੇ ਵਿੱਚ ਆਏ ਜਿੱਥੇ ਸਿੰਘਾਂ ਦਾ ਤਾਰਾ ਸੀ। ਸਿੰਘਾਂ ਦੀ ਜਦੋਂ ਦਾਸਤਾਨ ਦੱਸੀ ਸ਼ਬੇਗ ਸਿੰਘ ਹੋਣਾ ਨੇ, ਵੀਰ ਰਾਸ ਦੇ ਵਿੱਚ ਆ ਗਏ ਅਤੇ ਉੱਥੋਂ ਦੇ ਜਥੇਦਾਰ ਨੇ ਰੋਕਿਆ ਵੀ ਨਹੀਂ ਬਈ ਇਹ ਆਪਣੇ ਸਿੱਖ ਭਰਾ ਨੇ, ਸਮੇਂ ਸਮੇਂ ਨਾਲ ਆਪਣੀ ਮਦਦ ਕਰਦੇ ਆ, ਆਪਾਂ ਨੂੰ ਕੁਛ ਨਹੀਂ ਆਖਣਾ। ਉਹਨਾਂ ਨੇ ਉਹਨਾਂ ਨੂੰ ਕਹਿ ਤਾ ਵੀ ਤੁਸੀਂ ਅਕਾਲ ਤਖਤ ਸਾਹਿਬ ਚੱਲ ਜਾਓ। ਉਹ ਫਿਰ ਅਕਾਲ ਤਖਤ ਸਾਹਿਬ ਚਲ ਗਏ। ਅਕਾਲ ਤਖਤ ਜਾ ਕੇ ਉਹਨਾਂ ਜੋ ਮੌਕੇ 'ਤੇ ਦੱਸਿਆ, ਉੱਥੋਂ ਦੇ ਵੀ ਸਿੰਘ ਸੀ ਵੀਰ ਰਾਸ ਦੇ ਵਿੱਚ ਆ ਗਏ, ਜੋ ਅਕਾਲ ਤਖਤ ਦੇ ਉਸ ਸਮੇਂ ਦੇ ਜਥੇਦਾਰ ਸੀ। ਉਹਨਾਂ ਨੇ ਸਿੰਘਾਂ ਨੂੰ ਸਮਝਾ ਕੇ ਸ਼ਾਂਤ ਕੀਤਾ ਅਤੇ ਆਖਿਆ ਵੀ ਇਹ ਆਪਣੇ ਸਿੱਖ ਭਰਾ ਨੇ, ਸਮੇਂ ਸਮੇਂ ਦੀ ਆਪਣੀ ਮਦਦ ਕਰਦੇ ਨੇ, ਨਾਲੇ ਜੋ ਸਰਨਾ ਵੇ ਸੋ ਕੰਠ ਲਾਵੇ। ਹੁਣ ਉਹ ਆਪਣੀ ਸ਼ਰਨ ਦੇ ਵਿੱਚ ਆਇਆ ਵਾ ਅਤੇ ਉਹਦਾ ਕੁਛ ਨਾ ਕੁਛ ਮਸਲਾ ਹੱਲ ਕਰਨਾ ਚਾਹੀਦਾ। ਗੁਰਮਤਿ ਵਿਚਾਰ ਹੋਈ। ਗੁਰਮਤਿ ਵਿਚਾਰ ਅਨੁਸਾਰ ਉਹਨਾਂ ਨੇ ਫੈਸਲਾ ਲਿਆ ਵੀ ਸ਼ਰਤਾਂ ਰੱਖੀਆਂ ਗਈਆਂ ਜ਼ਕਰੀਆ ਖਾਨ ਗਾੜੀ ਵੀ ਜ਼ਕਰੀਆ ਖਾਨ ਜੇ ਸ਼ਰਤਾਂ ਮੰਨਦਾ ਵਾ ਅਤੇ ਫਿਰ ਜ਼ਕਰੀਆ ਖਾਨ ਦਾ ਬੰਨ੍ਹ ਟੁੱਟੂਗਾ। ਪਰ ਟੁੱਟੂਗਾ ਇਸ ਤਰ੍ਹਾਂ, ਭਾਈ ਤਾਰੂ ਸਿੰਘ ਦੇ ਪੈਰ ਦਾ ਜੋੜਾ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਮਾਰਿਆ ਜਾਊਗਾ ਅਤੇ ਫਿਰ ਬੰਨ੍ਹ ਟੁੱਟ ਜੂਗਾ। ਪਰ ਭਾਈ ਤਾਰੂ ਸਿੰਘ ਦਾ ਬੋਲ ਬਾਲਾ ਜਿਹੜਾ ਉਹ ਪੂਰਾ ਰਹੂਗਾ। ਬਾਅਦ ਦੇ ਵਿੱਚ ਉਹ ਲਾਹੌਰ ਆ ਗਏ ਚੰਬਰ। ਉਹਨਾਂ ਨੇ ਆਣ ਕੇ ਜ਼ਕਰੀਆ ਖਾਨ ਨੂੰ ਦੱਸਿਆ ਵੀ ਆਹ ਵਾ ਜੀ। ਜ਼ਕਰੀਆ ਖਾਨ ਨੇ ਆਖਿਆ ਵੀ ਲਓ ਭਾਈ ਤਾਰੂ ਸਿੰਘ ਦਾ ਜੋੜਾ ਅਤੇ ਮੇਰੇ ਸਿਰ 'ਚ ਮਾਰੋ। ਉਹਨਾਂ ਜੋੜਾ ਪੈਰੀਂ ਸੁਹਾ ਕੇ ਬਾਬਾ ਜੀ ਦੇ ਨਵਾਂ ਜੋੜਾ, ਅਤੇ ਜ਼ਕਰੀਆ ਖਾਨ ਦੇ ਸਿਰ ਵਿੱਚ ਕੋਈ ਮਾਰਦਾ ਨਹੀਂ ਗਾ, ਡਰਦਾ। ਜ਼ਕਰੀਆ ਖਾਨ ਨੇ ਆਪ ਫੜ ਕੇ ਜੰਬਰਾਂ ਦੇ ਹੱਥੋਂ ਆਪਦੇ ਸਿਰ 'ਚ ਆਪ ਜਦੋਂ ਮਾਰਿਆ ਤਾਂ ਉਹਨੂੰ ਪਿਸ਼ਾਬ ਦਾ ਕਤਰੇ ਆਏ। ਉਹਨੇ ਹਾਂ ਸ਼ਬੇਗ ਸਿੰਘ ਤੂੰ ਮਾਰ, ਹੋਰ ਕਿਹਨੇ ਮਾਰਨੇ ਹਨ। ਫਿਰ ਉਹ ਸ਼ਬੇਗ ਸਿੰਘ ਨੇ ਉਹਦੇ ਪੈਰ ਸਿਰ ਦੇ ਵਿੱਚ ਭਾਈ ਤਾਰੂ ਸਿੰਘ ਦਾ ਜੋੜਾ ਮਾਰਿਆ ਅਤੇ ਉਹਨੂੰ ਪਿਸ਼ਾਬ ਆਇਆ। ਇਸ ਤਰ੍ਹਾਂ ਇਹ ਜਿਹੜਾ ਇਲਾਜ ਸੀ ਕੋਈ 20-21 ਦਿਨ ਚੱਲਦਾ ਰਿਹਾ। ਬਾਬਾ ਜੀ ਚੌਂਕੜਾ ਮਾਰ ਕੇ ਡੋਲ ਬੈਠੇ ਰਹੇ। ਉਸ ਸਮੇਂ ਦੇ ਜੋ ਰਾਮਗੜ੍ਹੀਏ ਸਿੱਖ ਸੀ ਮਿਸਤਰੀ ਸਿੰਘ, ਉਹ ਬਾਬਾ ਜੀ ਦੀ ਸੇਵਾ ਕਰਦੇ ਰਹੇ। ਸਮਾਂ ਬੀਤਦਾ ਗਿਆ। 21 ਦਿਨ ਹੋ ਗਏ ਸੀ। 21 ਦਿਨ ਜਿਹੜਾ ਜ਼ਕਰੀਆ ਖਾਨ ਆ ਉਹ ਬਾਬਾ ਜੀ ਦੇ ਛਿੱਤਰ ਖਾਂਦਾ ਹੋਇਆ ਮਰ ਗਿਆ। ਉਹ ਨਰਕਾਂ ਨੂੰ ਚਲ ਗਿਆ। ਸ਼ਬੇਗ ਸੋਹਣਾ ਜਾ ਕੇ ਬਾਬਾ ਜੀ ਨੂੰ ਦੱਸਿਆ ਵੀ ਬਾਬਾ ਜੀ ਉਹ ਜਿਹੜਾ ਦੁਸ਼ਟ ਆ ਉਹ ਚੱਲ ਵਸਿਆ ਵਾ, ਆਪ ਜੀ ਦਾ ਕੀ ਹੁਕਮ ਹੈ। ਬਾਬਾ ਜੀ ਨੇ ਕਿਹਾ ਅੰਮ੍ਰਿਤਸਰ ਤੋਂ ਜਲ ਮੰਗਾਓ। ਉਸ ਵੇਲੇ ਅੰਮ੍ਰਿਤਸਰ ਤੋਂ ਜਲ ਮੰਗਾਇਆ ਗਿਆ। ਬਾਬਾ ਜੀ ਨੇ ਜਲ ਵਰਤਿਆ। ਜਲ ਵਰਤ ਕੇ ਬਾਬਾ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਗੁਰਸਿੱਖਾਂ ਤੋਂ ਕਰਾਇਆ, ਕੜਾਹ ਪ੍ਰਸ਼ਾਦ ਦੀ ਦੇਗ ਕਰਾਈ, ਨਾਮ ਸਾਹਿਬ ਦਾ ਪਾਠ ਕਰਕੇ ਅਰਦਾਸਾ ਕੀਤਾ ਗਿਆ, ਕੜਾਹ ਪ੍ਰਸ਼ਾਦ ਵਰਤਾਇਆ। ਉਹਨਾਂ ਦੇ ਬਾਅਦ ਦੇ ਵਿੱਚ ਬਾਬਾ ਜੀ ਇੱਕ ਜੋਤ ਹੋ ਗਏ। ਬਾਬਾ ਜੀ ਸੱਚਖੰਡ ਨੂੰ ਚਲ ਗਏ। ਉਹ ਦੁੱਖ ਦਾ ਨਾਸ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀਆਂ ਵੀ ਸਿੱਖ ਸੰਗਤਾਂ ਸਾਡੇ ਨਾਲ ਜੁੜੀਆਂ ਨੇ, ਇਹ ਤਪ ਸਥਾਨ ਪਿੰਡ ਪੂਲਾ ਵਿਖੇ ਜਿੱਥੇ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ। ਬਾਬਾ ਜੀ ਭਾਈ ਤਾਰੂ ਸਿੰਘ ਜੀ ਦੀ ਜੱਦੀ ਜ਼ਮੀਨ ਵੀ ਹੈਗੀ ਇਸ ਪਿੰਡ ਦੇ ਵਿੱਚ, ਇਸ 'ਤੇ ਕੁਛ ਕਹਿਣਾ ਚਾਹੋਗੇ? ਇਹ ਵੇਖੋ ਜੀ, ਜਦੋਂ ਹਕੂਮਤ ਦੇ ਸਮੇਂ ਤੋਂ ਪਹਿਲਾਂ ਬਾਬਾ ਜੀ ਇਹ ਪਿੰਡ ਦੇ ਵਾਸੀ ਤਾਂ ਹੈਗੇ ਸੀ ਨਾ ਜੀ। ਹਾਂਜੀ ਹਾਂਜੀ। ਅਤੇ ਪੂਲਾ ਪਿੰਡ ਵੀ ਬਾਬਾ ਜੀ ਉਹਨਾਂ ਦੇ ਵੱਡ ਵਡੇਰਿਆਂ ਹੀ ਕਿਤੇ ਆਣ ਕੇ ਵੱਧਾ ਹੈ। ਹਾਂਜੀ। ਅਤੇ ਬਾਅਦ ਦੇ ਵਿੱਚ ਜਦੋਂ ਇਹ ਹਕੂਮਤਾਂ ਦਾ ਜ਼ੋਰ ਪੈ ਗਿਆ, ਇਸਤੇਮਾਲ ਹੋ ਗਈ, ਫਿਰ ਉਹ ਜ਼ਮੀਨ ਬਾਰੇ ਪਤਾ ਨਹੀਂ ਲੱਗਾ। ਸਾਡੇ ਪਿੰਡ ਦਾ ਇੱਕ ਕੁੰਨਣ ਸਿੰਘ ਠਾਣਦਾਰ ਸੀ, ਉਹ ਨੰਬਰਦਾਰ ਸੀ। ਉਹ ਇਹ ਗੱਲ ਆਂਦਾ ਹੁੰਦਾ ਹੈ ਵੀ 1000 ਵਿਗਾ ਜ਼ਮੀਨ ਬਾਬੇ ਤਾਰੂ ਸਿੰਘ ਦੀ ਆ,
ਜੋ ਇਧਰ ਭਿੱਖੀ ਮੰਡਲ ਕੋਈ ਖੂਨੀ ਖੂਹ ਵੱਜਦਾ ਉਧਰ ਆ। ਹਾਂਜੀ, ਬਾਅਦ ਦੇ ਵਿੱਚ ਇਹ ਜਿਹੜੀ ਜ਼ਮੀਨ ਆ, ਇੱਥੇ ਪਹਿਲਾਂ ਜੰਗਲ ਸੀ ਤੇ ਜੰਗਲ ਦੇ ਵਿੱਚ ਫਿਰ ਉਦੋਂ ਮਤਲਬ ਬੜੇ ਸਿੰਘ ਇੱਥੇ ਗੱਫਾ ਪਾਣੀ ਛਕਦੇ ਰਹੇ। ਬਾਅਦ ਦੇ ਵਿੱਚ ਸਹਿਜੇ ਹੋਣ 'ਚ ਆਈ। ਇਹ ਦੱਸਦੇ ਆ ਵੀ ਇਹ ਜਿਹੜੀ ਜ਼ਮੀਨ ਆ ਇਹ ਮੁੜ ਕੇ ਇਸਤੇਮਾਲ ਦੇ ਵਿੱਚ ਬਾਬਾ ਜੀ ਦੇ ਲੋਹ ਲੰਗਰ ਨਾਲ ਲਾਈ ਆ। ਤੇ ਇਹ ਜਿਹੜਾ ਸਥਾਨ ਹੈ ਇਹ ਪੁਰਾਤਨ ਸਮੇਂ ਤੋਂ ਹੀ ਚੱਲਦਾ ਰਿਹਾ ਹੈ। ਇੱਥੇ ਕੋਈ ਦੱਸਦੇ ਆ ਵੀ ਕੋਈ ਇੱਥੋਂ ਦੇ ਸਿੰਘ ਸੀ ਲਾਗੇ ਦੇ, ਤੇ ਉਹਨਾਂ ਇੱਥੋਂ ਚੁੰਬੇ ਦੀਆਂ ਇੱਟਾਂ, ਚੁੰਬਾ ਬਣਾਉਣ ਵਾਸਤੇ ਇੱਟਾਂ ਚੁੱਕ ਕੇ ਲੈ ਗਏ ਬਾਬਾ ਜੀ ਦੇ ਕੋਠੇ ਨਾਲੋਂ ਢੇੜ ਕੇ। ਕੋਈ ਨਿੱਕੀ ਦਾ ਕੋਠਾ ਸੀ ਤੇ ਉਹ ਚੁੰਬੇ ਦੇ ਵਿੱਚ ਅੱਗ ਨਹੀਂ ਸੀ ਬਲਦੀ। ਉਹ ਮੁੜ ਕੇ ਫਿਰ ਉਹਨਾਂ ਨੇ ਕਿਸੇ ਸਿਆਣੇ ਕਿ ਉਹਨਾਂ ਤੁਸੀਂ ਬਾਬਾ ਜੀ ਦੇ ਕੋਠੇ ਦੀ ਇੱਟਾਂ ਢੇੜ ਕੇ ਲੈ ਜੇ ਤੇ ਅੱਗ ਨਹੀਂ ਬਾਲੀ। ਫਿਰ ਉਹਨਾਂ ਇੱਥੇ ਆਣ ਕੇ ਫਰਿਆਦ ਕੀਤੀ। ਫਿਰ ਉਹ ਇੱਟਾਂ ਇੱਥੇ ਸੁੱਟ ਕੇ ਜਾ ਕੇ ਫਿਰ ਦੁਬਾਰਾ ਚੁੰਬਾ ਚਾਲੂ ਕੀਤਾ ਤੇ ਫਿਰ ਉਹ ਚਾਲੂ ਹੋਇਆ। ਇਹ ਸਥਾਨ ਪੁਰਾਣਾ ਹੈ, ਬਾਬਾ ਜੀ ਦੇ ਟਾਈਮ ਦਾ। ਇੱਥੇ ਸਿੰਘ ਅਟਕਦੇ ਸੀ, ਬਾਬਾ ਜੀ ਇੱਥੇ ਤਪ ਵੀ ਕਰਦੇ ਸੀ, ਗੱਫਾ ਪਾਣੀ ਵੀ ਛਕਾਉਂਦੇ ਸੀ। ਤੇ ਜਿਹੜੇ ਉਸ ਤਰ੍ਹਾਂ ਤੇ ਭਾਵੇਂ ਉਸ ਸਮੇਂ ਦੀ ਵੀ ਪੈਲੀ ਕਹਿ ਲਓ ਵੀ ਹੋ ਸਕਦੀ ਉਸ ਸਮੇਂ ਦੀ ਵੀ ਹੋਵੇ, ਪਰ ਇਹ ਪਹਿਲੀ ਵਾਰ ਇਹ ਪੂਰਾ ਨਹੀਂ। ਜੋ ਉਹ ਪਰਾਂ ਜ਼ਮੀਨ ਇੱਥੋਂ ਕੋਈ 8ਵੀਂ ਉਹ ਬਾਜਿਆਂ ਨਾਲ ਵੱਜਦਾ ਵਾ, ਉਹ ਵੀ ਬਾਬਾ ਜੀ ਦੇ ਨਾਂ 'ਤੇ ਕੀਤੀ ਗਈ ਸੀ ਉਸ ਸਮੇਂ ਦੇ ਅੰਗਰੇਜ਼ਾਂ ਦੀ ਸਰਕਾਰ ਨੇ। ਉਹ ਕੋਈ ਬਾਜੇ ਨਾਂ ਦਾ ਬੰਦਾ ਸੀ, ਉਹ ਕਾਬਜ਼ ਸੀ ਉੱਤੇ। ਠੀਕ ਹੈ। ਇਹ ਸਾਡੇ ਨਾਲ ਗੱਲਬਾਤ ਕਰਨ ਲਈ ਵੀ ਜਿਹੜਾ 27 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਇਸ ਵੇਲੇ ਚੱਲਦੀ ਪਈ ਆ। 26-27 ਏਕੜ ਜ਼ਮੀਨ ਜਿਹੜੀ ਗੁਰਦੁਆਰਾ ਸਾਹਿਬ ਦੇ ਲੰਗਰ ਵਾਸਤੇ ਚੱਲਦੀ ਆ, ਉਹਦਾ ਖਰਚਾ ਪੱਠਾ ਸਾਰਾ ਗੁਰਦੁਆਰਾ ਸਾਹਿਬ ਇੱਥੇ ਚੱਲਦਾ, ਲੰਗਰ ਪਾਣੀ ਚੱਲਦਾ ਹੈ 24 ਘੰਟੇ। ਔਰ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਹੈ ਭਾਈ ਤਾਰੂ ਸਿੰਘ ਜੀ ਨਾਮ ਤੇ ਜਿਹੜਾ ਗੁਰਦੁਆਰਾ ਬਣਾਇਆ ਗਿਆ, ਇਹ ਅੰਮ੍ਰਿਤਸਰ ਤੋਂ ਭਾਈ ਗੁਰਇਕਬਾਲ ਸਿੰਘ ਜੀ ਬੀਬੀ ਕੋਲਾਂ ਭਲਾਈ ਕੇਂਦਰ ਵਾਲੇ ਉਹ ਸੇਵਾ ਕਰਾ ਰਹੇ ਨੇ। ਇਹ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਗੱਲਬਾਤ ਕਰਨ ਲਈ ਜਨਮ ਸਥਾਨ ਪਿੰਡ ਦੇ ਵਿੱਚ ਆ, ਹਾਂਜੀ, ਉਹਦੀ ਵੀ ਸੇਵਾ ਬਾਬਾ ਜੀ ਕਰਾ ਰਹੇ ਆ। ਬਾਬਾ ਜੀ ਕਰਾ ਰਹੇ ਨੇ। ਔਰ ਸਾਡੇ ਨਾਲ ਮੈਨੇਜਰ ਸਾਹਿਬ ਵੀ ਗੁਰਦੁਆਰਾ ਸਾਹਿਬ ਦੇ ਜੁੜੇ ਨੇ, ਜਿਨ੍ਹਾਂ ਨੇ ਦੱਸਿਆ ਕਿ 27 ਏਕੜ ਜ਼ਮੀਨ ਜਿਹੜੀ ਇਸ ਟਾਈਮ ਤੇ ਗੁਰਦੁਆਰਾ ਸਾਹਿਬ ਦੇ ਨਾਮ ਹੈ। ਔਰ ਸੇਵਾ ਜਿਹੜੀ ਇੱਥੋਂ ਦੀ ਭਾਈ ਗੁਰਇਕਬਾਲ ਸਿੰਘ ਜੀ ਗੁਰਦੁਆਰਾ ਸਾਹਿਬ ਦੀ ਜਨਮ ਸਥਾਨ ਦੀ ਤਪ ਸਥਾਨ ਦੀ ਜਿਹੜੀ ਹੈ ਉਹ ਕਰਾ ਰਹੇ ਨੇ। ਤੁਹਾਡਾ ਵੀ ਜਿਹੜਾ ਹੈ ਸਾਡੇ ਨਾਲ ਬਣਨ ਲਈ, ਸਾਡੇ ਨਾਲ ਗੱਲਬਾਤ ਕਰਨ ਲਈ ਜਿਹੜਾ ਬਹੁਤ ਬਹੁਤ ਧੰਨਵਾਦ ਬਾਬਾ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਬਣੇ ਰਹੋ ਸਾਡੇ ਨਾਲ, ਹਰ ਕਵਰੇਜ ਤੁਹਾਡੇ ਤੱਕ ਪਹੁੰਚਾਵਾਂਗੇ। ਦੋਸਤੋ, ਸਿੱਖ ਇਤਿਹਾਸ ਜਿਹੜਾ ਹੈ ਉਹ ਬਹੁਤ ਵੱਡਾ ਹੈ। ਹੋਰ ਵੀ ਧਾਰਮਿਕ ਸਥਾਨਾਂ ਤੇ ਜਾਵਾਂਗੇ। ਕਿਤੇ ਖਿਮਾ ਕਿਉਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਦਰਸ਼ਕ ਜੁੜੇ ਹੋਏ ਨੇ, ਬੜੇ ਬੜੇ ਵਿਦਵਾਨ ਵੀ ਸੋਸ਼ਲ ਮੀਡੀਆ ਤੇ ਜੁੜੇ ਹੋਏ ਨੇ। ਇਤਿਹਾਸ ਦੱਸਣ ਦੇ ਵਿੱਚ, ਕੁਝ ਮਿਰਕੋ ਬੋਲਣ ਦੇ ਵਿੱਚ, ਕੋਈ ਟਿੱਪੀ ਕਰਨਾ, ਕੋਈ ਅੱਖਰ ਦੇ ਵਿੱਚ ਵਾਧਾ ਘਾਟਾ ਭੁੱਲ ਚੁੱਕ ਹੋਈ ਹੋਵੇ ਤਾਂ ਖਿਮਾ ਦੇ ਜਾਚਕਾਂ। ਹਰ ਕਵਰੇਜ ਤੁਹਾਡੇ ਤੱਕ ਪਹੁੰਚਾਵਾਂਗੇ, ਇਤਿਹਾਸਿਕ ਸਟੋਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਤੇ ਬਣੇ ਰਹੋ ਸਾਡੇ ਨਾਲ ਬਣੇ ਰਹੋ। ਹਰ ਕਵਰੇਜ ਤੁਹਾਡੇ ਤੱਕ ਪਹੁੰਚਾਵਾਂਗੇ। ਕੈਮਰਾਮੈਨ ਸੁੱਖ ਦੇ ਨਾਲ ਮੈਂ ਦਲਜੀਤ ਸਿੰਘ, ਰੋਜ਼ਾਨਾ ਪ੍ਰਾਈਮ ਨਿਊਜ਼ ਤਰਨਤਾਰਨ।